ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨਾ ਵਾਸ। ਕੱਕਰ ਚੁਗਨ ਥਲ ਵਸਨ, ਰੱਬ ਨਾ ਛੋਡਨ ਪਾਸ। ਫਰੀਦਾ ਰੁੱਤ ਫਿਰੀ ਵਣ ਕੰਬਿਆ, ਪਤ ਝੜੇ ਚੜ ਪਾਹੇ। ਚਾਰੇ ਕੁੰਡਾ ਢੂੰਡੀਆਂ, ਰਹਿਣ ਕਿਥਾਊ ਨਾਹੇ। ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨਾ ਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਬਾਬਾ ਫਰੀਦ ਜੀ ਸੂਫੀ ਸੰਤ ਸਨ। ਉਹਨਾਂ ਦੀ ਪਵਿੱਤਰ ਬਾਣੀ, ਉਹਨਾਂ ਦੇ ਸ਼ਲੋਕਾਂ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। 100 ਸ਼ਲੋਕਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਅਗਲੇ ਸ਼ਲੋਕਾਂ ਦੀ ਵਿਚਾਰ ਆਰੰਭ ਹੋ ਰਹੀ ਹੈ। ਬਾਬਾ ਫਰੀਦ ਜੀ ਅਗਲੇ ਸ਼ਲੋਕ ਦੇ ਵਿੱਚ ਪੰਛੀਆਂ ਦੀ ਉਦਾਹਰਣ ਦਿੰਦੇ ਹਨ। ਪੰਛੀ ਇੱਕ ਉੱਡਣ ਵਾਲਾ ਜੀਵ ਹੁੰਦਾ ਹੈ, ਪਰ ਧਾਰਮਿਕ ਖੇਤਰ ਦੇ ਅੰਦਰ ਜਿਹੜਾ ਆਦਮੀ ਰਮਤਾ ਹੋਵੇ, ਇੱਕ ਥਾਂ ਤੇ ਨਾ ਟਿਕੇ, ਉਹਨੂੰ ਬੇਹੰਗਮ ਕਹਿ ਦਿੰਦੇ ਹਨ। ਬੇਹੰਗਮ ਦਾ ਅੱਖਰੀ ਅਰਥ ਵੀ ਪੰਛੀ ਹੁੰਦਾ ਹੈ। ਪੰਛੀ ਵੀ ਇੱਕ ਜਗ੍ਹਾ ਨਹੀਂ ਟਿਕਦਾ, ਅਤੇ ਜਿਹੜਾ ਕਦੇ ਕਿਸੇ ਡੇਰੇ ਕਦੇ ਕਿਸੇ ਡੇਰੇ ਤੁਰਿਆ ਫਿਰਦਾ, ਉਹਨੂੰ ਵੀ ਬੇਹੰਗਮ ਕਹਿ ਦਿੰਦੇ ਹਨ। ਅੱਜ ਕੱਲ੍ਹ ਦੇ ਬੇਹੰਗਮ ਸੋਹਣੇ ਠਾਠ ਬਾਠ ਬਣਾ ਕੇ ਡੇਰਿਆਂ ਵਿੱਚ ਵੀ ਟਿਕ ਗਏ ਹਨ। ਸੋ ਰਹੋ ਵਿਚਾਰ। ਬਾਬਾ ਫਰੀਦ ਜੀ ਸਾਨੂੰ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ, ਜਿਸ ਕਰਕੇ ਦੁਨੀਆ ਵੱਲੋਂ ਉਦਾਸੀਨਤਾ ਸਾਡੇ ਅੰਦਰ ਪੈਦਾ ਹੋਵੇ ਅਤੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਲੱਗ ਜਾਵੇ। ਇਸੇ ਭਾਵ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਫਰੀਦ ਜੀ ਜੋ ਉਪਦੇਸ਼ ਦਿੰਦੇ ਹਨ,
ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ। ਬਾਬਾ ਫਰੀਦ ਜੀ ਫਰਮਾਉਂਦੇ ਨੇ, ਮੈਂ ਉਹਨਾਂ ਪੰਛੀਆਂ ਤੋਂ ਬਲਿਹਾਰ ਜਾਂਦਾ ਹਾਂ, ਜੰਗਲ ਜਿੰਨਾ ਵਾਸ, ਜਿਨ੍ਹਾਂ ਦਾ ਜੰਗਲ ਦੇ ਵਿੱਚ ਨਿਵਾਸ ਹੈ। ਬਾਬਾ ਫਰੀਦ ਜੀ ਵੀ ਜੰਗਲ ਵਿੱਚ ਹੀ ਰਹਿ ਕੇ ਤਪੱਸਿਆ ਕਰਦੇ ਸਨ। ਉੱਥੇ ਹੋਰ ਵੀ ਸਾਧੂ ਮਹਾਤਮਾ ਸਾਈਂ ਲੋਕ ਰੱਬ ਦੇ ਫਕੀਰ ਹੋਣਗੇ। ਉਹਨਾਂ ਨੂੰ ਕਹਿੰਦੇ ਨੇ, ਮੈਂ ਇਹਨਾਂ ਪੰਛੀਆਂ ਤੋਂ, ਇਹਨਾਂ ਬੇਹੰਗਮਾਂ ਤੋਂ, ਇਹਨਾਂ ਸਾਧੂਆਂ ਤੋਂ ਮੈਂ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਦਾ ਜੰਗਲ ਦੇ ਵਿੱਚ ਨਿਵਾਸ ਹੈ। ਕੱਕਰ ਚੁਗਨ ਥਲ ਵਸਨ, ਰੱਬ ਨਾ ਛੋਡਨ ਪਾਸ। ਕੱਕਰ ਚੁਗਣ, ਇਹ ਕੱਕਰ ਕੰਕਰ ਸ਼ਬਦ ਤੋਂ ਕੱਕਰ ਬਣਿਆ ਹੈ। ਪੰਛੀ ਰੋੜ ਚੁਗਦੇ ਨੇ, ਜਾਂ ਕੱਕਰ ਦਾ ਅਰਥ ਵੀ ਜਿਹੜੇ ਧਰਤੀ ਉੱਤੇ ਕੋਈ ਨਾ ਕੋਈ ਉੱਤੋਂ ਫਲ ਡਿੱਗਦੇ ਨੇ, ਉਹਨਾਂ ਨੂੰ ਚੁਗਦੇ ਨੇ। ਅਤੇ ਥਲ ਵਸਨ, ਉਹ ਇਸ ਜੰਗਲ ਦੀ ਧਰਤੀ 'ਤੇ ਹੀ ਵਸਦੇ ਨੇ। ਰੱਬ ਨਾ ਛੋਡਣ ਪਾਸ, ਪਰ ਉਹ ਰੱਬ ਦਾ ਪਾਸ, ਰੱਬ ਦਾ ਸਾਥ ਨਹੀਂ ਛੱਡਦੇ। ਉਹ ਪੰਛੀ ਹਮੇਸ਼ਾ ਵਾਹਿਗੁਰੂ 'ਤੇ ਭਰੋਸਾ ਰੱਖਦੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਪੰਛੀਆਂ ਦੇ ਬਾਰੇ ਜ਼ਿਕਰ ਕੀਤਾ ਹੈ। ਪਰੰਦੇ ਨਾ ਗਿਰਾਹਾ ਜਰ, ਦਰਖਤ ਆਬ ਆਸ ਕਰ, ਦੇਹੰਦ ਸੋਈ, ਏਕ ਤੁਈ ਏਕ ਤੁਈ। ਪਰੰਦੇ ਤੋਂ ਭਾਵ ਹੈ ਪੰਛੀ। ਨਾ ਉਹਨਾਂ ਕੋਲ ਗ੍ਰਾਮ ਪਿੰਡ ਹੁੰਦਾ ਹੈ, ਨਾ ਹੀ ਕੋਈ ਘਰ ਹੁੰਦਾ। ਪਰੰਦੇ ਨਾ ਗਰਾਹਾ ਜ਼ਰ, ਜ਼ਰ ਤੋਂ ਭਾਵ ਧਨ ਦੌਲਤ, ਮਾਇਆ, ਸਰਮਾਇਆ ਵੀ ਉਹਨਾਂ ਦੇ ਕੋਲ ਨਹੀਂ ਹੁੰਦਾ। ਦਰਖਤ ਆਬ ਆਸ ਕਰ, ਸਿਰਫ ਉਹਨਾਂ ਦੇ ਮਨ ਦੇ ਵਿੱਚ ਦਰਖਤ ਰਹਿਣ ਲਈ ਅਤੇ ਪਾਣੀ ਦੀ ਆਸ ਰੱਖਦੇ ਨੇ, ਵੀ ਸਾਨੂੰ ਬੈਠਣ ਲਈ, ਆਰਾਮ ਦੇ ਲਈ ਬਿਰਛ ਮਿਲ ਜਾਣ, ਅਤੇ ਪਾਣੀ ਪੀ ਕੇ ਰੱਬ ਦਾ ਸ਼ੁਕਰ ਕਰਦੇ ਹਨ। ਦੇਹੰਦ ਸੋਈ, ਬਈ ਵੇਖ ਲਓ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਜੋ ਲੋੜ ਹੁੰਦੀ ਹੈ, ਜੋ ਉਹਨਾਂ ਦੀ ਜ਼ਰੂਰਤ ਹੁੰਦੀ, ਉਹਨਾਂ ਨੂੰ ਉਹ ਚੀਜ਼ ਦੇ ਦਿੰਦਾ ਹੈ। ਅਤੇ ਉਹ ਵਾਹਿਗੁਰੂ ਦਾਤਾ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਸੇ ਲਈ ਕਿਸੇ ਕਵੀ ਨੇ ਲਿਖਿਆ ਹੈ ਵੀ ਜਿਹੜੇ ਪੰਛੀ ਅਤੇ ਦਰਵੇਸ਼, ਉਹ ਰਿਜ਼ਕ ਪੱਲੇ ਨਹੀਂ ਬੰਨ੍ਹਦੇ, ਉਹਨਾਂ ਨੂੰ ਰੱਬ 'ਤੇ ਭਰੋਸਾ ਹੁੰਦਾ। ਅਸੀਂ ਤਾਂ ਆਪਣੇ ਘਰਾਂ ਦੇ ਵਿੱਚ ਸਾਲ 2-2 ਸਾਲ ਦਾ ਅਨਾਜ ਜਮ੍ਹਾਂ ਕਰਕੇ ਰੱਖਦੇ ਹਾਂ। ਗ੍ਰਸਤੀ ਲੋਕ, ਸੰਸਾਰੀ ਲੋਕ, ਦੁਨੀਆਦਾਰ ਬੰਦੇ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖਦੇ ਨੇ। ਪਰ ਜਿਹੜੇ ਰੱਬ ਦੇ ਬੰਦੇ ਨੇ, ਉਹ ਰੱਬ 'ਤੇ ਭਰੋਸਾ ਰੱਖਦੇ ਨੇ, ਰੱਬ ਨਾ ਛੋਡਣ ਪਾਸ। ਇੱਕ ਛੋਟੀ ਜਿਹੀ ਉਦਾਹਰਨ ਚੇਤੇ ਆ ਗਈ। ਕੋਈ ਫਕੀਰ ਸੀ, ਕਲਕੱਤੇ ਸ਼ਹਿਰ ਦੇ ਵਿੱਚ ਰਹਿੰਦਾ ਸੀ। ਉੱਥੇ ਬਹੁਤ ਸਾਰੇ ਪੰਜਾਬ ਦੇ ਲੋਕ, ਜਿਨ੍ਹਾਂ ਵਿੱਚੋਂ ਕਈ ਅੰਮ੍ਰਿਤਧਾਰੀ ਸਿੰਘ ਵੀ ਉੱਥੇ ਟੈਕਸੀਆਂ ਚਲਾਉਂਦੇ ਸਨ। ਉਹਨਾਂ ਵਿੱਚੋਂ ਇੱਕ ਗੁਰਮੁਖ ਪਿਆਰਾ, ਜਿਹੜਾ ਧਾਰਮਿਕ ਗੁਰਸਿੱਖ ਸੀ, ਟੈਕਸੀ ਚਲਾਉਂਦਾ ਸੀ। ਇੱਕ ਫਕੀਰ ਉਹਦੇ ਕੋਲ ਆਇਆ, ਉਹਨੂੰ ਆ ਕੇ ਕਹਿਣ ਲੱਗਾ
ਮੈਨੂੰ ਭੁੱਖ ਲੱਗੀ ਹੈ, ਮੈਨੂੰ ਕੁਛ ਖਾਣ ਦਾ ਪ੍ਰਬੰਧ ਕਰ ਦਿਓ। ਪੈਸੇ ਨਹੀਂ ਮੰਗੇ। ਅਸਲੀ ਜਿਹੜੇ ਦਰਵੇਸ਼ ਨੇ ਨਾ, ਦਰਖਤ ਆਪ ਆਸ ਕਰ, ਉਹ ਸਿਰਫ ਇੱਕ ਵਾਰੀ ਢਿੱਡ ਭਰਨ ਜੋਗਾ ਹੀ ਮੰਗਦੇ ਨੇ। ਉਹ ਫਕੀਰ ਕਹਿਣ ਲੱਗਾ, ਮੈਨੂੰ ਭੁੱਖ ਲੱਗੀ ਹੈ ਅਤੇ ਮੇਰਾ ਕੋਈ ਇੰਤਜ਼ਾਮ ਕਰ ਦੇ। ਉਸ ਗੁਰਸਿੱਖ ਨੇ 8 ਆਨੇ ਦਿੱਤੇ। ਉਸ ਵੇਲੇ 8 ਆਨੇ ਦੇ ਨਾਲ ਬੰਦਾ ਰੱਜ ਕੇ ਭੋਜਨ ਛਕ ਲੈਂਦਾ ਸੀ। 8 ਆਨੇ ਦਿੱਤੇ ਅਤੇ ਉਸ ਨੂੰ ਕਹਿਣ ਲੱਗਾ, ਜਾਓ ਸਾਹਮਣੇ ਹੋਟਲ ਹੈ, ਉੱਥੇ ਜਾ ਕੇ ਜੋ ਤੂੰ ਅੰਨ ਪਾਣੀ ਛਕਣਾ ਅਤੇ ਛਕ ਲੈ। ਉਹ ਫਕੀਰ ਚਲਿਆ ਗਿਆ, ਭੋਜਨ ਛਕਿਆ। ਫਿਰ ਉਹ ਆ ਕੇ ਉਸ ਗੁਰਸਿੱਖ ਦਾ ਧੰਨਵਾਦ ਕਰਨ ਲੱਗਿਆ। ਉਸ ਗੁਰਸਿੱਖ ਦੇ ਮਨ ਵਿੱਚ ਫਿਰ ਦਇਆ ਆਈ। ਉਹ ਕਹਿਣ ਲੱਗਾ, ਫਿਰ ਮੈਂ ਉਸ ਨੂੰ ਸੋਚਿਆ ਵੀ ਬੰਦਾ ਇਹ ਵਧੀਆ ਫਕੀਰ, ਕੋਈ ਲਾਲਚੀ ਨਹੀਂ ਜਾਪਦਾ। ਅਤੇ ਉਹ ਕਹਿੰਦਾ, ਮੈਂ ਉਹਨੂੰ 4 ਆਨੇ ਹੋਰ ਦਿੱਤੇ ਬਈ ਤੂੰ ਸ਼ਾਮ ਨੂੰ ਵੀ ਕੁਛ ਛਕਾ ਲਵੀਂ। ਉਹ ਬੜਾ ਗੁੱਸੇ ਵਿੱਚ ਅੱਖਾਂ ਲਾਲ ਕਰਕੇ ਮੇਰੇ ਵੱਲ ਦੇਖਣ ਲੱਗਿਆ ਅਤੇ ਮੈਂ ਹੈਰਾਨ। ਉਹ ਜਿਹੜੇ ਮੈਂ ਪੈਸੇ ਉਸ ਨੂੰ ਦਿੱਤੇ, ਉਹਨੇ ਵਾਪਸ ਮੈਨੂੰ ਮੋੜ ਦਿੱਤੇ। ਮੈਂ ਉਹਨੂੰ ਪੁੱਛਿਆ, ਭਲਿਆ ਲੋਕਾ, ਤੂੰ ਫਕੀਰ ਹੈ, ਤੇਰੇ ਕੋਲ ਮਾਇਆ ਸਰਮਾਇਆ ਧਨ ਪੈਸਾ ਕੁਝ ਵੀ ਨਹੀਂ ਹੈ, ਮੰਗ ਮੰਗ ਕੇ ਗੁਜ਼ਾਰਾ ਕਰਦਾ ਹੈ, ਅਤੇ ਮੈਂ ਗੁਰਸਿੱਖ ਹੋਣ ਦੇ ਨਾਤੇ ਮੈਂ ਤੇਰੀ ਮਦਦ ਕੀਤੀ ਹੈ, ਇਹ ਮੇਰੇ ਗੁਰੂ ਦਾ ਹੁਕਮ ਹੈ ਵੰਡ ਛਕਣ ਦਾ, ਅਤੇ ਤੂੰ ਹੁਣ ਮੇਰੇ ਪੈਸੇ ਵਾਪਸ ਕਿਉਂ ਮੋੜ ਦਿੱਤੇ ਨੇ? ਉਹ ਅੱਗੋਂ ਫਕੀਰ ਕਹਿਣ ਲੱਗਾ, ਜਿਸ ਦਾਤੇ ਨੇ ਮੇਰਾ ਹੁਣ ਪ੍ਰਬੰਧ ਕੀਤਾ ਹੈ, ਉਹ ਦਾਤਾ ਸ਼ਾਮ ਨੂੰ ਮਰ ਜਾਵੇਗਾ। ਉਹ ਦਾਤਾ ਵਾਹਿਗੁਰੂ ਹੈ, ਬੰਦਾ ਨਹੀਂ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਨੂੰ ਉਹਦੇ 'ਤੇ ਭਰੋਸਾ ਹੈ। ਅੱਜ ਤੇਰੇ ਰਾਹੀਂ ਉਹਨੇ ਮੇਰਾ ਰੋਟੀ ਪਾਣੀ ਦਾ ਪ੍ਰਬੰਧ ਕਰ ਦਿੱਤਾ ਹੈ, ਅਤੇ ਸ਼ਾਮ ਨੂੰ ਆਪੇ ਉਹਨੂੰ ਫਿਕਰ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਇਹ ਹੈ ਅਸਲੀ ਫਕੀਰਾਂ ਦੀ ਜ਼ਿੰਦਗੀ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਮੈਂ ਉਹਨਾਂ ਪੰਛੀਆਂ ਤੋਂ, ਉਹਨਾਂ ਬੇਹੰਗਮਾਂ ਤੋਂ, ਉਹਨਾਂ ਸਾਧੂਆਂ ਤੋਂ ਬਲਿਹਾਰ ਜਾਂਦਾ ਹਾਂ ਵੀ ਜਿਹੜੇ ਜੰਗਲ ਵਿੱਚ ਰਹਿ ਕੇ ਅਤੇ ਫਿਰ ਵਾਹਿਗੁਰੂ ਦਾ ਸ਼ੁਕਰ ਕਰਦੇ ਹਨ। ਕੱਕਰ ਚੁਗਣ, ਰੋੜ ਚੁਗਦੇ ਨੇ, ਜੰਗਲ ਦੇ ਥਾਂ 'ਤੇ ਵੱਸਦੇ ਨੇ, ਪਰ ਰੱਬ ਦਾ ਪਾਸ ਨੇੜ ਨਹੀਂ ਛੱਡਦੇ। ਹਰ ਵੇਲੇ ਪਸ਼ੂ ਜਿਹੜੇ ਜੰਗਲ ਦੇ ਪੰਛੀ ਨੇ, ਉਹਨਾਂ ਨੂੰ ਰੱਬ 'ਤੇ ਭਰੋਸਾ ਹੁੰਦਾ। ਅਤੇ ਜਾਂ ਪਾਸ ਦਾ ਅਰਥ ਹੈ ਪਾਸ, ਪਾਸਾ, ਰੱਬ ਦੀ ਤਰਫ, ਉਹਦੀ ਸਾਈਡ, ਉਹ ਛੱਡਦੇ ਨਹੀਂ। ਹਰ ਵੇਲੇ ਉਹਨਾਂ ਦਾ ਧਿਆਨ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ। ਫਰੀਦਾ ਰੁੱਤ ਫਿਰੀ ਵਣ ਕੰਬਿਆ, ਪਤ ਝੜੇ ਝੜ ਪਾਹੇ। ਉਹ ਬਾਬਾ ਫਰੀਦ ਜੀ ਬਿਰਧ ਅਵਸਥਾ ਦਾ ਦੁਖੜਾ ਦੱਸਦੇ ਹਨ ਵੀ ਜਦੋਂ ਬਿਰਧ ਅਵਸਥਾ ਆਉਂਦੀ ਹੈ, ਰੁੱਤ ਫਿਰੀ, ਰੁੱਤ ਬਦਲ ਜਾਂਦੀ ਹੈ, ਮੌਸਮ ਦਾ ਮਿਜਾਜ ਬਦਲ ਜਾਂਦਾ ਹੈ। ਪਹਿਲਾਂ ਸਾਡੇ ਸਰੀਰ 'ਤੇ ਬਚਪਨ ਆਉਂਦਾ ਹੈ, ਫਿਰ ਜਵਾਨੀ ਆਉਂਦੀ ਹੈ, ਫਿਰ ਤੀਜੇ ਨੰਬਰ 'ਤੇ ਬਿਰਧ ਅਵਸਥਾ ਆ ਜਾਂਦੀ ਹੈ। ਲਓ ਬਾਬਾ ਫਰੀਦ ਜੀ ਕਹਿੰਦੇ ਨੇ ਹੁਣ ਮੌਸਮ ਦਾ ਮਿਜਾਜ ਬਦਲ ਗਿਆ ਹੈ ਅਤੇ ਸਰੀਰ ਰੂਪੀ ਵਣ ਦਾ ਇੱਕ ਦਰਖਤ ਹੁੰਦਾ ਹੈ, ਜਿਵੇਂ ਕਰੀਰ, ਵਣ, ਇਹ ਜ਼ਿਆਦਾ ਮਾਰੂਥਲ ਦੇ ਵਿੱਚ ਪੈਦਾ ਹੋਣ ਵਾਲੇ ਦਰਖਤ ਨੇ, ਜਿੱਥੇ ਮੀਂਹ ਘੱਟ ਪੈਂਦਾ। ਜੰਡ, ਕਰੀਰ, ਵਣ, ਇਹ ਵਣ ਵੀ ਜੰਡ ਅਤੇ ਕਰੀਰਾਂ ਵਰਗਾ ਹੀ ਹੁੰਦਾ। ਲਓ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਹੁਣ ਮੌਸਮ ਦਾ ਮਿਜਾਜ ਬਦਲ ਗਿਆ ਹੈ ਅਤੇ ਮੇਰਾ ਸਰੀਰ ਰੂਪੀ ਵਣ ਦਾ ਬਿਰਸ਼ ਕੰਬ ਉੱਠਿਆ ਹੈ। ਬਿਰਧ ਅਵਸਥਾ ਵਿੱਚ ਜਾ ਕੇ ਸਰੀਰ, ਹੱਥ ਪੈਰ ਕੰਬਣ ਲੱਗ ਜਾਂਦੇ ਨੇ, ਪੱਤ ਝੜੇ ਝੜ ਪਾਏ, ਅਤੇ ਜਿਹੜੇ ਸਾਡੇ ਸਰੀਰ ਦੇ ਰੋਮ ਨੇ ਜਾਂ ਇੰਦਰੀਏ ਨੇ,
ਉਹ ਜਿਵੇਂ ਪੱਤ ਝੜ ਆਉਂਦੀ ਹੈ ਨਾ, ਤੇ ਫਿਰ ਵਾਰੀ-ਵਾਰੀ ਉਹ ਵੀ ਝੜਨੇ ਸ਼ੁਰੂ ਹੋ ਜਾਂਦੇ ਨੇ। ਜਿਵੇਂ ਮੌਸਮ ਦਾ ਮਿਜਾਜ ਬਦਲਣ ਦੇ ਨਾਲ ਤੇਜ਼ ਹਨੇਰੀ ਆਉਂਦੀ ਹੈ, ਉਹਦੇ ਨਾਲ ਸਾਰੇ ਜੰਗਲ ਦੇ ਬਿਰਛ ਹਿੱਲ ਜਾਂਦੇ ਨੇ, ਫਿਰ ਉਹਨਾਂ ਦੇ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਕੋਈ ਨਾ ਕੋਈ ਬਿਮਾਰੀ ਲੱਗਦੀ ਹੈ, ਰੋਗ ਦੀ ਹਨੇਰੀ ਚੱਲਦੀ ਹੈ, ਸਰੀਰ ਕਮਜ਼ੋਰੀ ਦੇ ਨਾਲ ਕੰਬਣ ਲੱਗ ਜਾਂਦਾ ਹੈ, ਤੇ ਜਿਹੜੇ ਇਹਦੇ ਪੱਤਿਆਂ ਵਾਂਗੂ ਦੰਦ ਨੇ, ਇੰਦਰੀਏ ਨੇ, ਵੀ ਉਹ ਲਗਾਤਾਰ ਝੜਨ ਲੱਗ ਜਾਂਦੇ ਹਨ। ਉਹਨਾਂ ਦੀ ਸ਼ਕਤੀ ਘਟਣ ਲੱਗ ਜਾਂਦੀ ਹੈ। ਚਾਰੇ ਕੁੰਡਾ ਢੂੰਡੀਆਂ ਰਹਿਣ ਕਿਥਾਊ ਨਾਹੀਂ। ਬਾਬਾ ਫਰੀਦ ਜੀ ਫਰਮਾਉਂਦੇ ਨੇ, ਅਸੀਂ ਚਾਰੇ ਦਿਸ਼ਾ ਨੂੰ ਢੂੰਡ ਮਾਰਿਆ, ਚਾਰੇ ਤਰਫਾਂ ਨੂੰ ਖੋਜ ਲਿਆ ਹੈ, ਰਹਿਣ ਕਥਾਊ ਨਾਹੀਂ, ਪਰ ਕੋਈ ਕਿਤੇ ਰਹਿਣ ਲਈ ਜਗ੍ਹਾ ਨਹੀਂ ਮਿਲਦੀ। ਇਹਦਾ ਮਤਲਬ ਇਹ ਹੈ, ਜਿਹੜੇ ਪੱਤਰੇ ਬਿਰਛ ਨਾਲੋਂ ਟੁੱਟ ਜਾਂਦੇ ਨੇ, ਫਿਰ ਉਹਨਾਂ ਨੂੰ ਕਿਧਰੇ ਵੀ ਰਹਿਣ ਦੇ ਲਈ ਕੋਈ ਟਿਕਾਣਾ ਨਸੀਬ ਨਹੀਂ ਹੁੰਦਾ। ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰਿਓ। ਲੋ ਬਾਬਾ ਫਰੀਦ ਜੀ ਕਾਫੀ ਅਮੀਰ ਘਰਾਣੇ ਦੇ ਸਨ। ਪਹਿਲਾਂ ਬੜੇ ਕੀਮਤੀ ਵਸਤਰ ਪਹਿਨਦੇ ਸਨ। ਫਿਰ ਮਨ ਦੇ ਵਿੱਚ ਵੈਰਾਗ ਹੋਇਆ ਵੀ ਆਪਾਂ ਇਹ ਜਿਹੜੇ ਕੀਮਤੀ ਕੱਪੜੇ ਨੇ, ਰੇਸ਼ਮੀ ਕੱਪੜੇ ਨੇ, ਇਹਨਾਂ ਨੂੰ ਪਾ ਕੇ ਲੋਕਾਂ ਨੂੰ ਕੀ ਦਿਖਾਵਾ ਕਰਨਾ ਹੈ, ਚਲੋ ਆਪਾਂ ਵੀ ਫਕੀਰੀ ਵਾਲਾ ਵੇਸ਼ ਧਾਰਨ ਕਰੀਏ। ਖਿਆਲ ਹੀ ਹੈ ਨਾ ਬੰਦੇ ਦਾ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਫਿਰ ਮੈਂ ਕੀ ਕੀਤਾ, ਫਰੀਦਾ ਪਾੜ ਪਟੋਲਾ ਧਜ ਕਰੀ। ਪਟੋਲਾ ਤੋਂ ਭਾਵ ਹੈ ਜਿਹੜਾ ਰੇਸ਼ਮੀ ਕੱਪੜੇ ਦਾ ਚੋਲਾ ਪਾਇਆ ਹੋਇਆ ਸੀ, ਪੁਸ਼ਾਕ ਪਹਿਨੀ ਹੋਈ ਸੀ, ਉਹਨੂੰ ਪਾੜ ਕੇ ਧਜ ਕਰੀ, ਲੀਰੋ ਲੀਰ ਕਰ ਦਿੱਤਾ। ਚੋਲਾ ਪਾੜ ਕੇ ਲੀਰੋ ਲੀਰ ਕਰ ਦਿੱਤਾ। ਕੰਬਲੜੀ ਪਹਿਰਿਓ, ਤੇ ਮੇਰੇ ਮਨ ਵਿੱਚ ਖਿਆਲ ਆਇਆ ਵੀ ਹੁਣ ਫਕੀਰੀ ਧਾਰਨ ਕਰਨੀ ਹੈ ਤੇ ਸ਼ਰੀਰ ਤੇ ਕੰਬਲੀ ਪਾ ਲੈਣੀ ਹੈ। ਜਿੰਨੀ ਵੇਸੀ ਸਹੁ ਮਿਲੈ ਸੇਈ ਵੇਸ ਕਰਿਓ। ਕਿਉਂਕਿ ਸਾਦਾ ਲਿਬਾਸ, ਸਾਦੀ ਖੁਰਾਕ ਦੇ ਨਾਲ ਰੱਬ ਛੇਤੀ ਮਿਲਦਾ ਹੈ। ਜਿਨ੍ਹਾਂ ਵੇਸਾਂ ਕਰਕੇ ਸਹੋਪਤੀ ਪਰਮੇਸ਼ਰ ਮਿਲਦਾ ਹੈ, ਵੀ ਉਹੀ ਵੇਸ ਧਾਰਨ ਕਰ ਲਈਏ। ਬਾਬਾ ਫਰੀਦ ਜੀ ਨੇ ਵੀ ਅਸਲੀ ਜਿਹੜੀ ਫਕੀਰੀ ਹੈ ਉਹਦੇ ਬਾਰੇ ਜ਼ਿਕਰ ਕਰਦਿਆਂ ਹੋਇਆਂ ਸਾਨੂੰ ਸਿੱਖਿਆ ਦਿੱਤੀ ਹੈ ਵੀ ਜਿਹੜੇ ਫਕੀਰ ਨੇ ਉਹਨਾਂ ਨੂੰ ਸਾਦਗੀ ਵਿੱਚ ਰਹਿਣਾ ਚਾਹੀਦਾ, ਗਰੀਬੀ ਦਾਵੇ ਵਿੱਚ ਰਹਿਣਾ ਚਾਹੀਦਾ, ਬਹੁਤੀ ਸ਼ੌਕੀਨੀ ਨਹੀਂ ਲਾਉਣੀ ਚਾਹੀਦੀ। ਕਿਸੇ ਹੱਦ ਤੱਕ ਬਾਬਾ ਫਰੀਦ ਜੀ ਦਾ ਇਹ ਵੀ ਜਿਹੜਾ ਖਿਆਲ, ਇਹ ਸਿਧਾਂਤ ਫਕੀਰੀ ਦੇ ਨਾਲ ਮੇਲ ਜ਼ਰੂਰ ਖਾਂਦਾ ਹੈ। ਮਹੱਲਾ ਤੀਜਾ। ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ। ਹੁਣ ਇਹੀ ਜਿਹੜੀ ਬਾਣੀ ਹੈ ਬਾਬਾ ਫਰੀਦ ਜੀ ਦੀ, ਗੁਰੂ ਅਮਰਦਾਸ ਮਹਾਰਾਜ ਦੇ ਕੋਲ ਵੀ ਸੀ, ਗੁਰਸਿੱਖ ਪੜ੍ਹਦੇ ਸਨ। ਕਿਸੇ ਗੁਰਸਿੱਖ ਨੇ ਇਸ ਸ਼ਲੋਕ ਨੂੰ ਪੜ੍ਹ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ ਦਿੱਤੀ। ਸੱਚੇ ਪਾਤਸ਼ਾਹ ਬਾਬਾ ਫਰੀਦ ਜੀ ਕਹਿੰਦੇ ਨੇ ਬਈ ਫਕੀਰੀ ਦਾ ਵੇਸ ਗਰੀਬੀ ਦਾ ਵੇਸ ਹੁੰਦਾ ਹੈ। ਸਾਦਗੀ ਵਿੱਚ ਰਹਿ ਕੇ ਭਗਤੀ ਕਰਨੀ ਚਾਹੀਦੀ ਹੈ। ਕੀ ਗੁਰਮਤਿ ਦਾ ਸਿਧਾਂਤ ਇਹਦੇ ਨਾਲ ਮੇਲ ਖਾਂਦਾ ਹੈ? ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਗੁਰਮਤਿ ਦਾ ਸਿਧਾਂਤ ਇਸ ਤਰ੍ਹਾਂ ਹੈ, ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੈ ਮੁਕਤ। ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ 4 ਰੰਗ ਬਖਸ਼ੇ ਨੇ, ਚਿੱਟਾ, ਕਾਲਾ, ਨੀਲਾ ਤੇ ਪੀਲਾ। ਇਹਨਾਂ ਨੂੰ ਧਾਰਨ ਕਰਨਾ ਚਾਹੀਦਾ ਹੈ ਕਿਉਂਕਿ ਗੁਰੂ ਦਾ ਹੁਕਮ ਹੈ। ਜਿਹੜੇ ਚਟਕੀਲੇ ਭਟਕੀਲੇ ਬਸਤਰ ਨੇ ਉਹਨਾਂ ਨੂੰ ਪਾ ਕੇ ਸਾਡੇ ਮਨ ਦੇ ਵਿੱਚ ਹੰਕਾਰ ਪੈਦਾ, ਇਸੇ ਲਈ ਸਾਦਾ ਲਿਬਾਸ ਧਾਰਨ ਕਰਨ ਦਾ ਗੁਰੂ ਦਾ ਹੁਕਮ ਹੈ। ਤੈਨੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਦ ਪੈਦਾ ਤਨ ਪੀੜੀਆ ਮਨ ਮਹਿ ਚੱਲੇ ਵਿਕਾਰ।
ਜੇ ਹੁਣ ਕਿਸੇ ਨੇ ਕੀਮਤੀ ਵਸਤਰ ਵੀ ਪਹਿਨਣੇ ਨੇ ਤੇ ਉਹ ਸਾਦਗੀ ਵਿੱਚ ਵੀ ਪਹਿਨੇ ਜਾ ਸਕਦੇ ਨੇ, ਪਰ ਜੇ ਸ਼ੌਕੀਨੀ ਵਰਤਣਾ ਹੈ ਫਿਰ ਇਹ ਗਲਤ ਹੋ ਜਾਂਦਾ। ਲਓ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਾਹੇ ਪਟੋਲਾ ਪਾੜਤੀ। ਆ ਜਿਹੜੇ ਤੁਹਾਡੇ ਰੇਸ਼ਮੀ ਕੱਪੜੇ ਪਾਏ ਹੋਏ ਨੇ, ਇਹਨਾਂ ਨੂੰ ਪਾੜਨ ਦੀ ਕੀ ਲੋੜ ਹੈ? ਕੋਈ ਲੋੜ ਨਹੀਂ। ਤੁਸੀਂ ਸਾਦਗੀ ਵਿੱਚ ਰਹਿਣਾ ਹੈ, ਮਨੋਂ ਤੁਹਾਨੂੰ ਸੇਵਾ ਕਰਨੀ ਹੈ। ਰੇਸ਼ਮੀ ਕੱਪੜਿਆਂ ਦਾ, ਕੀਮਤੀ ਕੱਪੜਿਆਂ ਦਾ ਹੰਕਾਰ ਨਹੀਂ ਕਰਨਾ, ਸੇਵਾ ਤੋਂ ਪਿੱਛੇ ਨਹੀਂ ਹਟਣਾ। ਕੰਬਲੜੀ ਪਹਿਰੇ ਤੇ ਕੰਬਲੀ ਕਾਹਦੇ ਵਾਸਤੇ ਪਾਉਣੀ ਹੈ? ਕਿਉਂਕਿ ਬਾਬਾ ਫਰੀਦ ਜੀ ਨੇ ਕਿਹਾ ਸੀ ਨਾ, ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰਿਓ। ਰੇਸ਼ਮੀ ਕੱਪੜੇ ਪਾੜ ਕੇ ਤੇ ਸਾਦੀ ਕੰਬਲੀ ਪਹਿਨ ਲੈਣੀ ਚਾਹੀਦੀ ਹੈ। ਤੇ ਗੁਰੂ ਮਹਾਰਾਜ ਉਹਦੇ ਜਵਾਬ ਦੇ ਵਿੱਚ ਕਹਿੰਦੇ ਨੇ ਵੀ ਕਾਹਦੇ ਵਾਸਤੇ ਰੇਸ਼ਮੀ ਕੱਪੜੇ ਪਾੜਨੇ ਨੇ, ਕਾਹਦੇ ਵਾਸਤੇ ਕੰਬਲੀ ਪਾਉਣੀ ਹੈ? ਨਾਨਕ ਘਰ ਹੀ ਬੈਠਿਆਂ ਸੋਹ ਮਿਲੈ, ਜੇ ਨੀਅਤ ਰਾਸ ਕਰੇ। ਲੋ, ਆਹ ਹੈ ਗੁਰਮਤਿ ਦਾ ਸਿਧਾਂਤ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤੁਸੀਂ ਆਪਣੇ ਦਿਲ ਦੀ ਨੀਅਤ ਨੂੰ ਸਾਫ਼ ਰੱਖੋ, ਤੁਹਾਡੇ ਮਨ ਦੀ ਭਾਵਨਾ ਸ਼ੁੱਧ ਹੋਣੀ ਚਾਹੀਦੀ ਹੈ। ਕੱਪੜੇ ਚਾਹੇ ਜਿਹੋ ਜਿਹੇ ਮਰਜ਼ੀ ਪਾਏ ਹੋਣ, ਨਾਨਕ ਘਰ ਹੀ ਬੈਠਿਆਂ ਸਹੁ ਮਿਲੈ। ਫਿਰ ਤੁਹਾਨੂੰ ਘਰ ਵਿੱਚ ਬੈਠਿਆਂ ਹੀ ਗ੍ਰਸਤ ਜੀਵਨ ਦੇ ਵਿੱਚ ਰਹਿੰਦਿਆਂ, ਕਿਉਂਕਿ ਜਿਹੜੇ ਗ੍ਰਸਤੀ ਲੋਕ ਨੇ ਸਮੇਂ ਦੇ ਮੁਤਾਬਕ ਉਹਨਾਂ ਨੂੰ ਕਈ ਵਾਰੀ ਸਾਦੇ ਕੱਪੜੇ ਵੀ ਪਾਉਣੇ ਪੈਂਦੇ ਨੇ। ਜਦੋਂ ਕੋਈ ਕੰਮ ਕਾਰ ਕਰਨਾ ਹੁੰਦਾ, ਕੋਈ ਖੇਤੀਬਾੜੀ ਦਾ ਕੰਮ ਕਰਦਾ ਹੈ, ਉਸ ਵੇਲੇ ਸਾਦੇ ਕੱਪੜੇ ਪਾਉਣੇ ਪੈਂਦੇ ਨੇ। ਫਿਰ ਜਦੋਂ ਕੋਈ ਦੁਨਿਆਵੀ ਸਮਾਜਿਕ ਕੋਈ ਫੰਕਸ਼ਨ ਦੇ ਵਿੱਚ ਜਾਣਾ ਹੁੰਦਾ ਹੈ, ਫਰਜ਼ ਕਰੋ ਕੋਈ ਵਿਆਹ ਹੈ ਜਾਂ ਕੋਈ ਹੋਰ ਐਸਾ ਸਮਾਗਮ ਹੈ, ਉੱਥੇ ਫਿਰ ਉਹਨਾਂ ਨੂੰ ਥੋੜ੍ਹੇ ਜਿਹੇ ਕੀਮਤੀ ਕੱਪੜੇ ਵੀ ਪਾਉਣੇ ਪੈਂਦੇ ਨੇ। ਜੈਸਾ ਦੇਸ਼ ਤੈਸਾ ਭੇਸ ਉਹ ਬਣਾਉਣਾ ਪੈਂਦਾ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਨੇ ਵੀ ਗੁਰਸਿੱਖ ਨੇ ਗੁਰੂ ਦੀ ਆਗਿਆ ਮੰਨਣੀ ਹੈ, ਕੀਮਤੀ ਕੱਪੜੇ ਵੀ ਪਾਉਣੇ ਨੇ ਤੇ ਉਹਨਾਂ ਨੂੰ ਸਾਦਗੀ ਵਿੱਚ, ਸਾਦੇ ਰੰਗਾਂ ਦੇ ਵਿੱਚ ਪਹਿਨਣਾ ਹੈ। ਲਓ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਦਿਲ ਦੀ ਭਾਵਨਾ ਨੂੰ ਸਾਫ਼ ਰੱਖੋ। ਕੀਮਤੀ ਕੱਪੜੇ ਪਾ ਕੇ, ਬ੍ਰਾਂਡਡ ਕੱਪੜੇ ਪਾ ਕੇ ਤੁਸੀਂ ਗਲੀਆਂ ਵਿੱਚ ਗੇੜੇ ਨਾ ਦਿਓ। ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਦਿਖਾਵਾ ਨਾ ਕਰੋ। ਜੇ ਤੁਸੀਂ ਕੱਪੜੇ ਪਾਉਣੇ ਨੇ ਤੇ ਸਾਦੇ ਢੰਗ ਦੇ ਨਾਲ ਪਾਓ, ਤੇ ਫਿਰ ਘਰ ਬੈਠਿਆਂ ਹੀ ਤੁਹਾਨੂੰ ਸਹੁਪਤੀ ਪ੍ਰਮਾਤਮਾ ਮਿਲੇਗਾ। ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ, ਸੰਤ ਬਾਬਾ ਨਰਿੰਦਰ ਸਿੰਘ ਜੀ ਬੜੀ ਸਾਦਗੀ ਵਿੱਚ ਰਹਿ ਕੇ ਗੁਰੂ ਘਰਾਂ ਦੀਆਂ ਸੇਵਾਵਾਂ ਕਰਵਾ ਰਹੇ ਨੇ। ਤੇ ਉਹਨਾਂ ਦੇ ਉੱਥੇ ਅਸਥਾਨ 'ਤੇ ਗਏ, ਉੱਥੇ ਉਹਨਾਂ ਨੇ ਕੁਝ ਲਿਖਿਆ ਹੋਇਆ ਸੀ, ਦਾਸ ਨੇ ਵੀ ਪੜ੍ਹਿਆ। ਉਹ ਕੀ ਲਿਖਿਆ ਸੀ? ਭੜਕੀਲੇ ਕੱਪੜਿਆਂ ਦੇ ਵਿੱਚ ਕਾਮ ਵਸਦਾ ਹੈ ਤੇ ਸਾਦੇ ਕੱਪੜਿਆਂ ਵਿੱਚ ਰਾਮ ਦਿਖਾਈ ਦਿੰਦਾ। ਕਾਮ ਤੇ ਰਾਮ, ਸਾਦੇ ਵਸਤਰ ਪਹਿਨਣੇ ਚਾਹੀਦੇ ਨੇ। ਭੜਕੀਲੇ ਕੱਪੜੇ ਪਾ ਕੇ ਸਾਡੇ ਮਨ ਵਿੱਚ ਸਹਿਬਤ ਤੇ ਮਨ ਦੇ ਵਿੱਚ ਕਾਮ ਵਾਸ਼ਨਾ ਭੜਕਦੀ ਹੈ। ਇਸੇ ਲਈ ਜੇ ਕੱਪੜੇ ਕੀਮਤੀ ਵੀ ਪਾਉਣੇ ਹੁਣ, ਸਾਦੇ ਢੰਗ ਦੇ ਨਾਲ ਹੀ ਪਾਉਣੇ ਚਾਹੀਦੇ ਨੇ। ਤੇ ਆਪਣੇ ਦਿਲ ਦੀ ਭਾਵਨਾ ਨੂੰ ਸਾਫ਼ ਰੱਖਣਾ, ਆਪਣੇ ਮਨ ਦੀ ਭਾਵਨਾ ਨੂੰ ਸ਼ੁੱਧ ਰੱਖਣਾ ਹੈ। ਤੇ ਫਿਰ ਕੱਪੜੇ ਜਿਹੋ ਜਿਹੇ ਮਰਜ਼ੀ ਪਾਏ ਹੋਣ, ਘਰ ਬੈਠਿਆਂ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਮਿਲ ਸਕਦਾ ਹੈ। ਮਹੱਲਾ ਪੰਜਵਾ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ। ਲਓ, ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਵੀ ਬਾਬਾ ਫਰੀਦ ਜੀ ਨੇ ਸਾਦੇ ਕੱਪੜੇ ਪਾਉਣ ਲਈ ਕਿਉਂ ਆਖਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਫਰੀਦ ਜੀ ਦੇ ਨਾਂ 'ਤੇ ਬਾਣੀ ਉਚਾਰਨ ਕਰ ਰਹੇ ਨੇ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਬਾਬਾ ਫਰੀਦ ਜੀ ਦੇ ਕਹਿਣ ਦਾ ਮਤਲਬ ਇਹ ਹੈ, ਜਿਨ੍ਹਾਂ ਲੋਕਾਂ ਨੂੰ ਆਪਣੀਆਂ ਵਡਿਆਈਆਂ ਦਾ, ਗਰਭ ਦਾ ਅਰਥ ਹੰਕਾਰ ਹੋ ਜਾਂਦਾ। ਧਨ ਜੋਬਨ ਆਗਾਹ, ਧਨ ਦੇ ਕਾਰਨ, ਜਵਾਨੀ ਦੇ ਕਾਰਨ, ਆਗਾਹ
ਬਹੁਤ ਡੂੰਘਾ ਤੇ ਬਹੁਤ ਵੱਡਾ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੁੰਦਾ ਹੈ। ਖਾਲੀ ਚੱਲੇ ਧਨੀ ਸਿਉ ਟਿੱਬੇ ਜਿਉ ਮੀਹਾਹੋ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਫਿਰ ਉਹ ਧਨੀ ਸਿਉ, ਉਹ ਧਨੀ ਮਾਲਕ ਵਾਹਿਗੁਰੂ ਪਰਮੇਸ਼ਰ ਵੱਲੋਂ ਖਾਲੀ ਚਲੇ ਜਾਂਦੇ ਨੇ। ਉਹ ਰੱਬ ਦੇ ਦਰ ਤੋਂ ਨਿਆਮਤਾਂ ਰਹਿਮਤਾਂ ਹਾਸਲ ਨਹੀਂ ਕਰ ਸਕਦੇ। ਕਿਉਂ? ਉਹਨਾਂ ਦੇ ਮਨ ਦੇ ਵਿੱਚ ਹੰਕਾਰ ਹੁੰਦਾ। ਟਿੱਬੇ ਜਿਉਂ ਮੀਹਾਹੋ, ਜਿਵੇਂ ਮੀਂਹ ਪੈਂਦਾ ਹੋਵੇ, ਜਿਹੜੇ ਉੱਚੇ ਟਿੱਬੇ ਨੇ ਉੱਥੇ ਪਾਣੀ ਨਹੀਂ ਖੜਦਾ। ਕਿਉਂ? ਪਾਣੀ ਦਾ ਸੁਭਾਅ ਹੈ ਨੀਵੇਂ ਪਾਸੇ ਨੂੰ ਰੁੜ ਜਾਣਾ। ਜਿਹੜੇ ਹੰਕਾਰੀ ਪੁਰਸ਼ ਨੇ ਉਹ ਰੱਬ ਦੀਆਂ ਰਹਿਮਤਾਂ ਤੋਂ ਖਾਲੀ ਰਹਿ ਜਾਂਦੇ ਨੇ। ਉਹਨਾਂ ਦੇ ਮਨ ਦੇ ਵਿੱਚ ਹੰਕਾਰ ਹੁੰਦਾ ਹੈ। ਅਤੇ ਜਿਹੜੇ ਨਿਮਰਤਾ ਵਾਲੇ ਹੁੰਦੇ ਨੇ, ਸਾਦਗੀ ਵਾਲੇ ਹੁੰਦੇ ਨੇ, ਅਤੇ ਉਹਨਾਂ ਨੂੰ ਉਹ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ। ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਹਨ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਨ ਤਿੱਥੈ ਨਦਰ ਤੇਰੀ ਬਖਸ਼ੀਸ਼। ਪਾਣੀ ਨੀਵੇਂ ਥਾਵਾਂ 'ਤੇ ਖਲੋਂਦਾ ਹੈ, ਉੱਚੇ ਟਿੱਬਿਆਂ 'ਤੇ ਨਹੀਂ ਖਲੋ ਸਕਦਾ। ਇਸ ਲਈ ਨਿਮਰਤਾ ਮਨ ਦੇ ਵਿੱਚ ਹੋਣੀ ਜ਼ਰੂਰੀ ਹੈ। ਫਰੀਦਾ ਤਿਨਾ ਮੁਖ ਡਰਾਵਣੇ, ਜਿਨਾ ਵਿਸਾਰਿਓਨ ਨਾਓ। ਲੋ ਅੱਗੇ ਬਾਬਾ ਫਰੀਦ ਜੀ ਫਿਰ ਉਪਦੇਸ਼ ਦਿੰਦੇ ਨੇ ਵੀ ਜਿਹੜੇ ਬੰਦਿਆਂ ਨੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ ਹੈ ਅਤੇ ਉਹਨਾਂ ਦੇ ਮੂੰਹ 'ਤੇ ਬੜੇ ਸਾਨੂੰ ਡਰਾਉਣੇ ਪ੍ਰਤੀਤ ਹੋ ਰਹੇ ਨੇ। ਇਹਦਾ ਮਤਲਬ ਇਹ ਹੈ ਉਹਨਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵਿਕਾਰ ਹਾਵੀ ਹੁੰਦੇ ਨੇ। ਜਦੋਂ ਸਾਡੇ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ, ਫਿਰ ਸਾਡੇ ਚਿਹਰੇ ਦਾ ਵੀ ਲਹਿਜ਼ਾ ਬਦਲ ਜਾਂਦਾ ਹੈ, ਸਾਡਾ ਮੂੰਹ ਵੀ ਡਰਾਉਣਾ ਬਣ ਜਾਂਦਾ ਹੈ। ਖਾਸ ਕਰਕੇ ਜਦੋਂ ਕ੍ਰੋਧ ਸਾਡੇ ਮਨ ਦੇ ਅੰਦਰ ਪੈਦਾ ਹੁੰਦਾ, ਉਸ ਵੇਲੇ ਚਿਹਰੇ ਦਾ ਵੀ ਰੂਪ ਡਰਾਉਣਾ ਬਣ ਜਾਂਦਾ। ਹੰਕਾਰ ਵੀ ਸਾਡੇ ਰੂਪ ਨੂੰ ਵਿਗਾੜ ਦਿੰਦੇ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ ਹੈ, ਉਹਨਾਂ ਦੇ ਮੁਖ 'ਤੇ ਬਹੁਤ ਡਰਾਉਣੇ ਸਾਨੂੰ ਪ੍ਰਤੀਤ ਹੋ ਰਹੇ ਹਨ। ਐਥੈ ਦੁੱਖ ਘਨੇਰਿਆ, ਅੱਗੇ ਠੌਰ ਨਾ ਠਾਓ। ਜਿਨ੍ਹਾਂ ਨੇ ਨਾਮ ਨੂੰ ਭੁਲਾ ਛੱਡਿਆ ਹੈ, ਇੱਥੇ ਦੁੱਖ ਘਨੇਰਿਆ, ਉਹਨਾਂ ਨੂੰ ਇੱਥੇ ਵੀ ਇਸ ਧਰਤੀ 'ਤੇ, ਇਸ ਦੁਨੀਆ ਦੇ ਵਿੱਚ ਬਹੁਤੇ ਦੁੱਖ ਸਹਾਰਨੇ ਪੈਂਦੇ ਨੇ। ਅੱਗੇ ਠੌਰ ਨਾ ਠਾਓ, ਅੱਗੇ ਰੱਬ ਦੀ ਦਰਗਾਹ ਦੇ ਵਿੱਚ ਵੀ ਕੋਈ ਉਹਨਾਂ ਨੂੰ ਥਾਂ ਟਿਕਾਣਾ ਨਸੀਬ ਨਹੀਂ ਹੁੰਦਾ। ਅੱਗੇ ਵੀ ਢੋਈ ਨਹੀਂ ਮਿਲਦੀ, ਅੱਗੇ ਵੀ ਕੋਈ ਉਹਨਾਂ ਨੂੰ ਰਹਿਣ ਲਈ, ਬੈਠਣ ਲਈ ਥਾਂ ਨਹੀਂ ਲੱਭਦਾ। ਫਰੀਦਾ ਪਿਛਲ ਰਾਤ ਨਾ ਜਾਗਿਓ ਹੈ, ਜੀਵਨ ਦੜੋ ਮੋਇਓ ਹੈ। ਲੋ ਬਾਬਾ ਫਰੀਦ ਜੀ ਜਦ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲੇ, ਉਹ ਫਿਰ ਗੁਰਸਿੱਖੀ ਦੇ ਸਿਧਾਂਤ ਦੇ ਮੁਤਾਬਕ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨ ਆਵੇ। ਅੰਮ੍ਰਿਤ ਵੇਲੇ ਉੱਠ ਕੇ ਸਵਾ ਪਹਿਰ ਦੇ ਤੜਕੇ ਉਹ ਭਜਨ ਬੰਦਗੀ ਕਰਦੇ ਸਨ। ਇਹ ਗੁਰੂ ਦਾ ਹੁਕਮ ਹੈ ਨਾ, ਚਾ ਲਾਂਗੀ ਉਠ ਨਾਮ ਜਪ ਨਿਸ ਬਾਸਰ ਯਾ ਰਾਧ, ਕਾਰਾ ਤੁਝਾ ਨਾ ਵਿਆਪੀ, ਨਾਨਕ ਮਿਟੈ ਉਪਾਦ। ਹੁਣ ਬਾਬਾ ਫਰੀਦ ਜੀ ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਨਾ ਕਰਦੇ, ਉਹਨਾਂ ਬਾਰੇ ਕੀ ਕਹਿੰਦੇ ਨੇ, ਧਿਆਨ ਨਾਲ ਸੁਣੋ। ਜੇ ਸਾਡੇ ਵਿੱਚ ਵੀ ਆਲਸ ਹੈ, ਦਲਿੱਦਰ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦੇ, ਸਾਨੂੰ ਆਪਣੇ ਅੰਦਰ ਵੀ ਆਪਣੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੀ ਕਮੀ ਨੂੰ ਆਪ ਵੇਖਣਾ ਚਾਹੀਦਾ ਅਤੇ ਉਹਨੂੰ ਦੂਰ ਕਰਨਾ ਚਾਹੀਦਾ ਹੈ। ਫਰੀਦਾ ਪਿਛਲ ਰਾਤ ਨਾ ਜਾਗਿਓ। ਬਾਬਾ ਫਰੀਦ ਜੀ ਕਹਿੰਦੇ ਜਿਹੜੀ ਪਿਛਲੀ ਰਾਤ ਨੂੰ ਭਾਵ ਅੰਮ੍ਰਿਤ ਵੇਲੇ ਨਹੀਂ ਜਾਗਦੇ, ਜੀਵ ਅਦੜੋਂ ਮੋਏ ਉਹ ਹੈ ਵੀ ਸਾਡੀ ਨਿਗਾਹ ਵਿੱਚ ਤਾਂ ਉਹ ਤਾਂ ਜਿਉਂਦਾ ਹੀ ਮਰਿਆ ਹੋਇਆ। ਜਿਹੜੀ ਨੀਂਦ ਹੈ ਨਾ, ਇਹ ਵੀ ਇੱਕ ਮੌਤ ਦੇ ਬਰਾਬਰੀ ਹੁੰਦੀ ਹੈ। ਲਓ ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜੇ ਅੰਮ੍ਰਿਤ ਵੇਲੇ ਵੀ ਸੁੱਤੇ ਰਹਿੰਦੇ ਨੇ, ਪਿਛਲੀ ਰਾਤ ਨਹੀਂ ਜਾਗਦੇ, ਸਾਡੇ ਭਾ ਦੇ ਉਹ ਜਿਉਂਦੇ ਮਰੇ ਹੋਏ ਹਨ। ਜੇ ਤੈ ਰੱਬ ਵਿਸਾਰਿਆ, ਤਾਂ ਰੱਬ ਨਾ ਵਿਸਰਿਓ ਹੈ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਜੇ ਤੂੰ ਰੱਬ ਨੂੰ ਵਿਸਾਰ ਦਿੱਤਾ ਹੈ, ਤੂੰ ਆਪਣੇ ਮਨ ਤੋਂ ਰੱਬ ਨੂੰ ਭੁਲਾ ਛੱਡਿਆ ਹੈ, ਤਾਂ ਰੱਬ ਨਾ ਵਿਸਰਿਓ ਹੈ। ਪਰ ਰੱਬ ਨੇ ਤੈਨੂੰ ਨਹੀਂ ਭੁਲਾਇਆ,
ਤੂੰ ਤੇ ਰੱਬ ਨੂੰ ਭੁਲਾ ਸਕਦਾ ਹੈ, ਪਰ ਰੱਬ ਤੈਨੂੰ ਵੇਖ ਰਿਹਾ ਹੈ। ਤੇਰੀ ਅਣਗਹਿਲੀ ਨੂੰ, ਤੇਰੀ ਪ੍ਰਮਾਦਤਾਈ ਨੂੰ, ਤੇਰੀ ਨਾਸਮਝੀ ਨੂੰ, ਤੇਰੀ ਬੇਵਕੂਫੀ ਨੂੰ, ਤੇਰੀ ਆਲਸ ਨੂੰ ਉਹ ਪਰਮੇਸ਼ਰ ਵੇਖ ਰਿਹਾ ਹੈ ਜੋ ਤੂੰ ਕਰ ਰਿਹਾ ਹੈ। ਇਹਦਾ ਮਤਲਬ ਇਹ ਹੈ, ਜਦੋਂ ਆਦਮੀ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਦਾ ਹੈ, ਫਿਰ ਵਾਹਿਗੁਰੂ ਦੀ ਸਵੱਲੀ ਨਜ਼ਰ ਹੁੰਦੀ ਹੈ। ਅਤੇ ਜਿਹੜੇ ਭਾਈ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦੇ, ਅਤੇ ਫਿਰ ਬਾਬਾ ਫਰੀਦ ਜੀ ਕਹਿੰਦੇ ਨੇ ਉਹ ਤਾਂ ਜਿਉਂਦੇ ਮੁਰਦਿਆਂ ਸਮਾਨ ਨੇ। ਅਤੇ ਨਾਲ ਹੀ ਕਹਿੰਦੇ ਨੇ ਜੇ ਤੁਸੀਂ ਰੱਬ ਨੂੰ ਭੁਲਾ ਦਿੱਤਾ, ਕਿਉਂਕਿ ਅੰਮ੍ਰਿਤ ਵੇਲਾ ਰੱਬ ਨੂੰ ਯਾਦ ਕਰਨ ਦਾ ਸਮਾਂ ਹੁੰਦਾ, ਅਤੇ ਤੁਹਾਨੂੰ ਜੇ ਤੁਸੀਂ ਰੱਬ ਨੂੰ ਭੁਲਾਇਆ ਹੈ ਪਰ ਰੱਬ ਨੇ ਤੁਹਾਨੂੰ ਨਹੀਂ ਭੁਲਾਇਆ, ਉਹ ਰੱਬ ਤੁਹਾਡੇ ਹਰ ਕਿਰਿਆ ਕਰਮ ਨੂੰ, ਨਕਲੋ ਹਰਕਤ ਨੂੰ ਵੇਖ ਰਿਹਾ ਹੈ। ਮਹੱਲਾ ਪੰਜਵਾ। ਫਰੀਦਾ ਕੰਤ ਰੰਗਾਵਲਾ, ਵੱਡਾ ਵੇ ਮੁਹਤਾਜ। ਲਓ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਲੋਕ ਆ ਰਿਹਾ ਹੈ। ਬਾਬਾ ਫਰੀਦ ਜੀ ਨੇ ਪਿੱਛੇ ਆਖਿਆ ਸੀ ਨਾ, ਜਿੰਨੀ ਵੇਸੀ ਸਹੁ ਮਿਲਿਆ ਸਹੀ ਵੇਸ ਕਰਿਓ। ਉਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਨੇ, ਫਰੀਦਾ ਕੰਤ ਰੰਗਾਵਲਾ। ਬਾਬਾ ਫਰੀਦ ਜੀ ਕਹਿੰਦੇ ਨੇ ਉਹ ਕੰਤ ਪਤੀ ਪਰਮੇਸ਼ਰ ਰੰਗਾਵਲਾ ਬਹੁਤ ਆਨੰਦ ਦੇਣ ਵਾਲਾ ਹੈ, ਰੰਗਲਾ ਸਾਜਨ ਹੈ, ਚੋਜਾਂ ਮੌਜਾਂ ਦਾ ਮਾਲਕ ਹੈ ਅਤੇ ਬੜਾ ਸੁਹਾਵਣਾ ਵੀ ਹੈ। ਵੱਡਾ ਬੇਮੁਹਤਾਜ, ਅਤੇ ਉਹ ਵਾਹਿਗੁਰੂ ਵੱਡਾ ਬੇਮੁਹਤਾਜ ਬੇਪਰਵਾਹ ਹੈ। ਅੱਲ੍ਹੈ ਸੇਤੀ ਰਤਿਆ, ਇਹੋ ਸਚਾਵਾਂ ਸਾਜ। ਉਸ ਅੱਲਾ ਦੇ ਨਾਲ ਸਾਨੂੰ ਰੰਗੇ ਰਹਿਣਾ ਚਾਹੀਦਾ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਨੂੰ ਹਕੀਕੀ ਇਸ਼ਕ ਕਰਨਾ ਚਾਹੀਦਾ, ਸੱਚਾ ਪਿਆਰ ਕਰਨਾ ਚਾਹੀਦਾ। ਇਹ ਸਚਾਵਾਂ ਸਾਜ ਵੀ ਇਹੀ ਕਹਿੰਦੇ, ਸਚਾਵਾਂ ਦਾ ਅਰਥ ਹੈ ਸੱਚਾ, ਯਥਾਰਥ ਸਾਜ ਸਮਾਨ ਹੈ। ਆ ਜਿਵੇਂ ਖਾਸ ਕਰਕੇ ਬੀਬੀਆਂ, ਭੈਣਾਂ, ਮਾਤਾਵਾਂ, ਉਹ ਆਪਣਾ ਹਾਰ ਸ਼ਿੰਗਾਰ ਦਾ ਸਮਾਨ ਨਾਲ ਰੱਖਦੀਆਂ ਨੇ, ਬਈ ਅਸੀਂ ਹਾਰ ਸ਼ਿੰਗਾਰ ਲਾ ਕੇ ਪਤੀ ਨੂੰ ਪ੍ਰਸੰਨ ਕਰਾਂਗੀਆਂ। ਮੈਂ ਇਹ ਵੀ ਬੇਨਤੀ ਕਰ ਦੇਵਾਂ, ਜਿਹੜਾ ਸੁਹਾਗਣ ਦਾ ਸ਼ਿੰਗਾਰ ਹੁੰਦਾ ਉਹ ਆਪਣੇ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਹੁੰਦਾ। ਦੁਹਾਗਣ ਦਾ ਸ਼ਿੰਗਾਰ ਦੂਜਿਆਂ ਨੂੰ ਖੁਸ਼ ਕਰਨ ਵਾਸਤੇ ਹੁੰਦਾ। ਜਿਹੜੇ ਰੱਬ ਦੇ ਪਿਆਰ ਵਾਲੇ ਫਕੀਰ ਨੇ, ਉਹਨਾਂ ਦੇ ਬਾਰੇ ਬਾਬਾ ਫਰੀਦ ਜੀ ਇਹ ਗੱਲ ਕਹਿੰਦੇ ਨੇ ਵੀ ਜਿਹੜੇ ਰੱਬ ਦੇ ਪਿਆਰ ਵਿੱਚ ਰੰਗੇ ਹੋਏ ਨੇ, ਅਤੇ ਵਾਹਿਗੁਰੂ ਦਾ ਪ੍ਰੇਮ ਹੀ ਉਹਨਾਂ ਦਾ ਸੱਚਾ ਹਾਰ ਸ਼ਿੰਗਾਰ ਹੈ। ਇਹ ਸੁੰਦਰਤਾ ਦਾ ਸਾਜੋ ਸਾਮਾਨ ਹੈ। ਅਤੇ ਜਿਵੇਂ ਮਾਈਆਂ ਬੀਬੀਆਂ ਸੁਹਾਗ ਪਟਾਰੀ ਨਾਲ ਹੀ ਰੱਖਦੀਆਂ ਨੇ, ਸਾਜ ਤੋਂ ਭਾਵ ਹੈ ਹਾਰ ਸ਼ਿੰਗਾਰ ਦਾ ਸਮਾਨ, ਮੇਕਅਪ ਦਾ ਸਮਾਨ ਵੀ ਜਿਹਨੂੰ ਕਹਿ ਦਿੰਦੇ ਨੇ। ਇਹ ਸੱਚਾ ਪ੍ਰੇਮ ਹੀ ਅੱਲਾ ਸੇਤੀ ਰਤਿਆ, ਵੀ ਇਹ ਉਹਨਾਂ ਗੁਰਮੁਖ ਰੂਹਾਂ ਦਾ ਸੱਚਾ ਹਾਰ ਸ਼ਿੰਗਾਰ ਹੁੰਦਾ ਹੈ। ਮਹੱਲਾ ਪੰਜਵਾ। ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ। ਉਹ ਬਾਬਾ ਫਰੀਦ ਜੀ ਦੇ ਪਾਸ ਕਿਸੇ ਨੇ ਸਵਾਲ ਕੀਤਾ ਵੀ ਪਰਮੇਸ਼ਰ ਦਾ ਦਰਬਾਰ ਕਿਵੇਂ ਪ੍ਰਾਪਤ ਹੋ ਸਕਦਾ ਹੈ। ਅਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਫਰੀਦ ਜੀ ਦੇ ਨਾਂ 'ਤੇ ਬਾਣੀ ਉਚਾਰਨ ਕਰਕੇ ਜਵਾਬ ਦੇ ਰਹੇ ਨੇ, ਫਰੀਦਾ ਦੁੱਖ ਸੁੱਖ ਇੱਕ ਕਰ। ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਰੱਬ ਦੇ ਦਰਬਾਰ ਨੂੰ ਲੱਭਦੇ ਹੋ, ਦੁੱਖ ਅਤੇ ਸੁੱਖ ਨੂੰ ਇੱਕ ਕਰਕੇ ਸਮਝੋ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਕੇਤੀਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਅਸੀਂ ਸੁੱਖ ਨੂੰ ਰੱਬ ਦੀ ਦਾਤ ਸਮਝਦੇ ਹਾਂ, ਪਰ ਕਦੀ ਦੁੱਖ ਨੂੰ ਵੀ ਦਾਤ ਸਮਝੋ। ਇਹ ਸਿੱਖੀ ਦੇ ਸਿਧਾਂਤ ਨੇ। ਫਰੀਦਾ ਦੁੱਖ ਸੁੱਖ ਇੱਕ ਕਰ, ਵੀ ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਸਮਝੋ। ਇਸੇ ਲਈ ਸਿਆਣੇ ਗੁਰਮੁਖਾਂ ਨੇ ਇਹ ਨਿਚੋੜ ਕੱਢਿਆ। ਸੁੱਖ ਵੇਲੇ ਸ਼ੁਕਰਾਨਾ ਕਰੋ, ਦੁੱਖ ਵੇਲੇ ਅਰਦਾਸ ਕਰੋ, ਅਤੇ ਹਰ ਵੇਲੇ ਸਿਮਰਨ ਕਰਦੇ ਰਹੋ। ਇਹ ਵੀ ਸਿਧਾਂਤ ਸਿੱਖੀ ਨਾਲ ਮੇਲ ਖਾਂਦੇ ਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਸਮਝੋ। ਦਿਲ 'ਤੇ ਲਾਹੇ ਵਿਕਾਰ, ਅਤੇ ਜਿਹੜੇ ਦਿਲ ਦੇ ਵਿਕਾਰ ਨੇ, ਦਿਲ ਦੇ ਵਿੱਚ ਕੋਈ ਮਾੜੇ ਫੁਰਨੇ ਨੇ, ਬਦੀ ਦੇ ਖਿਆਲ ਨੇ,
ਪਾਪਾਂ ਦੇ ਫੁਰਨੇ ਨੇ, ਇਹਨਾਂ ਨੂੰ ਲਾਹ ਦਿਓ, ਇਹਨਾਂ ਨੂੰ ਨਾਸ਼ ਕਰ ਦਿਓ। ਅੱਲਹਿ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਜਿਹੜਾ ਉਸ ਅੱਲਾ ਨੂੰ ਭਾ ਜਾਂਦਾ ਹੈ ਉਹੀ ਭਲਾ ਹੈ, ਉਹੀ ਚੰਗਾ ਫਕੀਰ ਹੈ, ਉਹੀ ਚੰਗਾ ਸੰਤ ਹੈ, ਉਹੀ ਨੇਕ ਇਨਸਾਨ ਹੈ। ਤੇ ਜਿਹੜਾ ਦੁੱਖ ਸੁੱਖ ਨੂੰ ਇੱਕੋ ਜਿਹਾ ਸਮਝਦਾ ਹੈ, ਮਨ ਦੇ ਵਿੱਚੋਂ ਵਿਕਾਰਾਂ ਨੂੰ, ਪਾਪਾਂ ਨੂੰ ਲਾਹ ਦਿੰਦਾ ਹੈ, ਉਹ ਪਰਮੇਸ਼ਰ ਨੂੰ ਪਾਉਂਦਾ ਹੈ। ਤੇ ਜਦੋਂ ਵਿਕਾਰਾਂ ਨੂੰ ਉਹ ਕਾਬੂ ਕਰ ਲਵੇ, ਵਿਕਾਰਾਂ ਨੂੰ ਮਨ ਤੋਂ ਦੂਰ ਕਰ ਦੇਵੇ, ਤਾਂ ਲੱਭੀ ਦਰਬਾਰ, ਫਿਰ ਸੱਚਖੰਡ ਦਰਬਾਰ ਲੱਭਦਾ ਹੈ। ਮਹੱਲਾ ਪੰਜਵਾ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਪੀ ਵੱਜਹਿ ਨਾਲ। ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਤੀਜਾ ਸ਼ਲੋਕ ਆ ਰਿਹਾ। ਇਹ ਵੀ ਬਾਬਾ ਫਰੀਦ ਜੀ ਦੇ ਨਾਂ ਤੇ ਹੀ ਉਚਾਰਨ ਕੀਤਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਦੁਨੀਆ ਮਾਇਆ ਦੀ ਵਜਾਈ ਵੱਜਦੀ ਹੈ। ਕਿਉਂ? ਪਰਸੂ ਪਰਸਾ ਪਰਸਰਮ ਮਾਇਆ ਕੀ ਹੈ ਤੀਨ ਨਾਮ। ਆਦਮੀ ਮਾਇਆ ਦੇ ਵਾਸਤੇ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ। ਜਿਹੜੇ ਚੰਗੇ ਚੰਗੇ ਗੁਰੂ ਘਰ ਦੇ ਰਾਗੀ ਵੀ ਨੇ, ਉਹ ਮਾਇਆ ਦੀ ਖਾਤਰ ਕਲਾਕਾਰ ਬਣ ਜਾਂਦੇ ਨੇ, ਗਵਈਏ ਬਣ ਜਾਂਦੇ ਨੇ, ਸਿੱਖੀ ਨੂੰ, ਰਹਿਤ ਬਹਿਤ ਨੂੰ ਛੱਡ ਜਾਂਦੇ ਨੇ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਦੁਨੀ ਵਜਾਈ ਵੱਜਦੀ। ਇਹ ਜਿਹੜੀ ਦੁਨੀਆ ਹੈ ਇਹ ਇੱਕ ਵਾਜਾ ਹੈ। ਜਿਹੜਾ ਕੋਈ ਜ਼ਿਆਦਾ ਲਾਈ ਲੱਗ ਹੋਵੇ ਨਾ, ਕਹਿੰਦੇ ਇਹ ਤੇ ਵਾਜਾ ਹੀ ਹੈ। ਜਿਵੇਂ ਕਿ ਉਹਨੂੰ ਉਂਗਲ ਲਾ ਦਿੰਦਾ ਉਵੇਂ ਬੋਲਣ ਲੱਗ ਜਾਂਦਾ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਇਹ ਦੁਨੀਆ ਵਜਾਈ ਵੱਜਦੀ ਹੈ। ਜਿਵੇਂ ਕੋਈ ਇਹਨੂੰ ਚਾਬੀ ਲਾ ਦਿੰਦਾ, ਉਸੇ ਤਰ੍ਹਾਂ ਹੀ ਇਹ ਬੋਲਣ ਲੱਗ ਜਾਂਦੀ ਹੈ। ਤੂੰ ਵੀ ਵਜਹ ਨਾਲ। ਤੇ ਆਪਣੇ ਮਨ ਨੂੰ ਕਹਿੰਦੇ ਨੇ ਬਾਬਾ ਫਰੀਦ ਜੀ, ਤੂੰ ਵੀ ਨਾਲ ਹੀ ਵੱਜਣ ਲੱਗ ਜਾਂਦਾ। ਭਾਵ ਜਿਵੇਂ ਦੁਨੀਆ ਵਜਾਈ ਵੱਜਦੀ ਹੈ ਤੇ ਤੂੰ ਵੀ ਉਹਨਾਂ ਦੇ ਨਾਲ ਰਲ ਕੇ ਤੇ ਉਸੇ ਤਰ੍ਹਾਂ ਹੀ ਬੋਲਣ ਲੱਗ ਜਾਂਦਾ। ਸੋਈ ਜਿਉ ਨਾ ਵੱਜਦਾ, ਜਿਸ ਅੱਲਹੁ ਕਰਦਾ ਸਾਰ। ਵੀ ਇਸ ਮਾਇਆ ਦੀ ਖਾਤਰ ਉਹੀ ਜੀਵ ਰੱਬ ਦਾ ਪਿਆਰਾ, ਕੋਈ ਮਾਈ ਦਾ ਲਾਲ, ਉਹ ਨਹੀਂ ਵੱਜਦਾ, ਉਹ ਨਹੀਂ ਦੂਜਿਆਂ ਦੀ ਬੋਲੀ ਬੋਲਦਾ, ਉਹ ਨਹੀਂ ਕਿਸੇ ਦਾ ਬੁਲਾਇਆ ਬੋਲਦਾ, ਜਿਸ ਅੱਲਹੁ ਕਰਦਾ ਸਾਰ। ਵੀ ਜਿਹਦੀ ਸਾਰ ਸੰਭਾਲ, ਜਿਹਦੀ ਰਾਖੀ ਉਹ ਅੱਲਾ ਵਾਹਿਗੁਰੂ ਆਪ ਕਰਦਾ ਹੋਵੇ, ਉਹ ਕਿਸੇ ਦੇ ਬੁਲਾਇਆ ਨਹੀਂ ਬੋਲਦਾ। ਹੁਣ ਅੱਜ ਕੱਲ੍ਹ ਇੱਕ ਇਹ ਵੀ ਰਿਵਾਜ਼ ਚੱਲਿਆ ਹੋਇਆ ਹੈ, ਜਿਹੜੀਆਂ ਧਾਰਮਿਕ ਸਟੇਜਾਂ ਨੇ, ਸਾਡੇ ਗੁਰੂ ਘਰ ਨੇ, ਉੱਥੇ ਵੱਖੋ ਵੱਖਰੀਆਂ ਕਮੇਟੀਆਂ ਦੇ ਪ੍ਰਬੰਧ ਹੁੰਦੇ ਨੇ। ਤੇ ਫਿਰ ਉਹ ਜੇ ਕਿਸੇ ਪ੍ਰਚਾਰਕ ਨੇ, ਕਿਸੇ ਵਿਦਵਾਨ ਨੇ, ਕਿਸੇ ਕਥਾਵਾਚਕ ਨੇ ਹਾਜ਼ਰੀ ਭਰਨੀ ਹੁੰਦੀ ਹੈ, ਉਹ ਫਿਰ ਇਸ ਗੱਲ ਤੋਂ ਡਰਦੇ ਨੇ ਵੀ ਕੋਈ ਸੱਚੀ ਗੱਲ ਨਾ ਆਖ ਦੇਵੇ ਜੋ ਸਾਡੇ ਖਿਲਾਫ ਜਾਂਦੀ ਹੋਵੇ। ਫਿਰ ਉਹ ਪੁੱਛਦੇ ਨੇ ਬਈ ਤੂੰ ਕੋਈ ਇੱਧਰ ਉੱਧਰ ਦੀ ਕੋਈ ਗੱਲ ਨਹੀਂ ਕਰਨੀ ਹੋਵੇਗੀ, ਬੈਨ ਲਾ ਦਿੰਦੇ ਨੇ। ਤੇ ਜੇ ਕੋਈ ਉੱਥੇ ਸੱਚੀ ਗੱਲ ਪੰਥ ਦਰ ਦੀ ਕਰ ਵੀ ਜਾਂਦਾ ਹੈ ਤੇ ਫਿਰ ਉਹਦੀ ਛੁੱਟੀ ਕਰ ਦਿੰਦੇ ਨੇ ਵੀ ਹੁਣ ਤੈਨੂੰ ਅੱਗੇ ਵਾਸਤੇ ਟਾਈਮ ਨਹੀਂ ਮਿਲੇਗਾ। ਇਹ ਵੀ ਸਾਡੇ ਵਿੱਚ ਕਮਜ਼ੋਰੀਆਂ ਨੇ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਇਹ ਦੁਨੀਆ ਵੀ ਵਜਾਈ ਵੱਜਦੀ ਹੈ, ਤੂੰ ਵੀ ਨਾਲ ਹੀ ਵੱਜਣ ਲੱਗ ਜਾਂਦਾ ਹੈ, ਲੋਕਾਂ ਦੀ ਬੋਲੀ ਤੂੰ ਬੋਲਣ ਲੱਗ ਜਾਂਦਾ ਹੈ। ਜਿਵੇਂ ਸਿਆਸੀ ਡਰਾਮੇ ਲੋਕ ਕਰਦੇ ਨੇ, ਉਹ ਲੀਡਰ ਆਪਣੇ ਬੰਦਿਆਂ ਨੂੰ ਸਿਖਾ ਕੇ ਭੇਜ ਦਿੰਦੇ ਨੇ ਵੀ ਤੁਸੀਂ ਆਹ ਗੱਲ ਕਰਨੀ ਹੈ। ਫਿਰ ਉਹ ਸਾਰੇ ਨਾਲ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾਉਣ ਲੱਗ ਜਾਂਦੇ ਨੇ। ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਕਿਹੜੀ ਪਾਰਟੀ ਦਾ ਹੈ ਕਿਹੜਾ ਨਹੀਂ। ਦੇਖਾ ਦੇਖੀ ਬਸ ਜਿਵੇਂ ਕੋਈ ਵਜਾਉਂਦੇ ਨੇ ਉਵੇਂ ਲੋਕੀ ਵੱਜੀ ਜਾਂਦੇ ਨੇ। ਪਰ ਜਿਹਦੇ ਉੱਤੇ ਰੱਬ ਦੀ ਕਿਰਪਾ ਹੁੰਦੀ, ਜੇ ਸੱਲੋਂ ਕਰਦਾ ਸਾਰ, ਜਿਨ੍ਹਾਂ ਦੀ ਸੰਭਾਲ, ਜਿਨ੍ਹਾਂ ਦੀ ਰਾਖੀ ਵਾਹਿਗੁਰੂ ਕਰਦਾ ਹੈ, ਵੀ ਉਹੀ ਅਡੋਲ ਰਹਿੰਦੇ ਨੇ ਤੇ ਉਹੀ ਖਾਮੋਸ਼ ਰਹਿੰਦੇ ਨੇ। ਉਹ ਲੀਡਰਾਂ ਦੀ ਬੋਲੀ, ਦੂਜਿਆਂ ਦੀ ਬੋਲੀ ਨਹੀਂ ਬੋਲਦੇ, ਉਹ ਸੱਚੀ ਗੱਲ, ਯਥਾਰਥ ਗੱਲ ਕਰਦੇ ਹਨ। ਮਹੱਲਾ ਪੰਜਵਾ। ਫਰੀਦਾ ਦਿਲ ਰਤਾ ਇਸ ਦੁਨੀ ਸਿਉ, ਦੁਨੀ ਨਾ ਕਿਤੈ ਕੰਮ। ਲੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫੇਰ ਅੱਗੇ ਹੁਣ ਇਹ ਚੌਥਾ ਸ਼ਲੋਕ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ, ਬਾਬਾ ਫਰੀਦ ਜੀ ਦੇ ਨਾਂ 'ਤੇ ਉਚਾਰਨ ਕਰ ਰਹੇ ਨੇ। ਫਰੀਦਾ ਦਿਲ ਰਤਾ ਇਸ ਦੁਨੀ ਸਿਉ, ਵੀ ਤੇਰਾ ਦਿਲ ਇਸ ਦੁਨੀਆ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਦੁਨੀ ਤੋਂ ਭਾਵ ਆ ਜਿਹੜੇ ਦੁਨੀਆ ਦੇ ਤਮਾਸ਼ੇ ਨੇ,
ਦੁਨੀਆ ਦੇ ਮੌਜ ਮੇਲੇ ਨੇ, ਆ ਮਾਇਆ ਦੇ ਰੰਗ ਨੇ, ਇਹਨਾਂ ਦੇ ਵਿੱਚ ਤੇਰਾ ਮਨ ਰੰਗਿਆ ਹੋਇਆ ਹੈ। ਦੁਨੀ ਨਾ ਕਿਤੇ ਕੰਮ, ਪਰ ਇਹ ਜਿਹੜੀ ਦੁਨੀਆ ਹੈ ਇਹ ਦਰਗਾਹ ਦੇ ਵਿੱਚ ਕਿਸੇ ਦੇ ਕੰਮ ਆਉਣ ਵਾਲੀ ਨਹੀਂ ਹੈ। ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਬਾਬਾ ਫਰੀਦ ਜੀ ਕਹਿੰਦੇ ਨੇ ਮਿਸਲ ਫਕੀਰਾਂ ਗਾਖੜੀ, ਜਿਹੜੀ ਫਕੀਰਾਂ ਵਾਲੀ ਮਿਸਾਲ ਹੈ, ਭਾਵ ਫਕੀਰਾਂ ਵਾਲੀ ਜਿਹੜੀ ਉਦਾਹਰਣ ਹੈ, ਫਕੀਰਾਂ ਵਾਲੀ ਗਾਖੜੀ ਉਹ ਬਹੁਤ ਔਖੀ ਹੈ। ਫਕੀਰੀ ਕਰਨੀ ਬਹੁਤ ਔਖੀ ਹੈ। ਜਿਵੇਂ ਕਿਸੇ ਕਵੀ ਨੇ ਲਿਖਿਆ, ਫਕੀਰਾ ਫਕੀਰੀ ਦੂਰ ਹੈ, ਜੋ ਉੱਚੀ ਲੰਮੀ ਖਜੂਰ ਹੈ। ਚੜ੍ਹ ਜਾਏ ਤਾਂ ਪੀਵੇਂ ਪ੍ਰੇਮ ਰਸ, ਢਹਿ ਜਾਏ ਤਾਂ ਚਕਨਾ ਚੂਰ ਹੈ। ਭਗਤ ਕਬੀਰ ਜੀ ਨੇ ਫਰਮਾਇਆ ਹੈ, ਸੂਰੀ ਉੱਪਰ ਖੇਲਣਾ ਗਿਰੈ ਤਾਂ ਠਾਹਰ ਨਹੀਂ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਇਹ ਔਖੀ ਖੇਡ ਹੈ। ਮਿਸਲ ਫਕੀਰਾਂ ਗਾਖੜੀ, ਮਿਸਲ ਦਾ ਅਰਥ ਰਹਿਣੀ, ਜਿਹੜੀ ਫਕੀਰਾਂ ਵਾਲੀ ਰਹਿਣੀ ਹੈ, ਇਹਨੂੰ ਧਾਰਨ ਕਰਨਾ ਬਹੁਤ ਔਖਾ ਹੈ। ਸੋ ਪਾਈਆ ਪੂਰ ਕ੍ਰਮ, ਜਿਸ ਦੇ ਪੂਰੇ ਭਾਗ ਹੁੰਦੇ ਨੇ, ਪੂਰੇ ਭਾਗਾਂ ਦੇ ਨਾਲ ਹੀ ਅਸਲੀ ਫਕੀਰਾਂ ਸੰਤਾਂ ਮਹਾਤਮਾ ਵਾਲੀ ਰਹਿਣੀ, ਬਹਿਣੀ, ਕਹਿਣੀ, ਸਹਿਣੀ ਪ੍ਰਾਪਤ ਹੁੰਦੀ ਹੈ। ਪਹਿਲੇ ਪਹਿਰੇ ਫੁੱਲੜਾ, ਫਲ ਪੀ ਪਛਾ ਰਾਤ। ਲੋ ਹੁਣ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਹੀ ਇਹ ਸ਼ਲੋਕ ਆ ਰਹੇ ਨੇ ਵੀ ਇੱਥੇ ਭਾਵੇਂ ਮਹੱਲਾ ਨਹੀਂ ਲਿਖਿਆ। ਹੁਣ ਜਿਹੜੇ ਮੁਸਲਮਾਨ ਫਕੀਰ ਸਨ ਉਹ ਪਹਿਲੀ ਰਾਤ ਜਾ ਕੇ ਭਜਨ ਬੰਦਗੀ ਕਰਦੇ ਸਨ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਖਿਆ, ਭਾਈ ਪਿਛਲੀ ਰਾਤ ਅੰਮ੍ਰਿਤ ਵੇਲੇ ਉੱਠ ਕੇ ਵੀ ਭਜਨ ਕਰਿਆ ਕਰੋ। ਫਿਰ ਉਹਨਾਂ ਨੇ ਸਵਾਲ ਕੀਤਾ, ਮਹਾਰਾਜ ਪਹਿਲੇ ਪਹਿਰ ਭਜਨ ਕਰਨ ਦਾ ਅਤੇ ਪਿਛਲੀ ਰਾਤ ਭਜਨ ਕਰਨ ਦਾ ਕੋਈ ਫਲ ਦੇ ਵਿੱਚ ਅੰਤਰ ਹੈ? ਤਾਂ ਗੁਰੂ ਮਹਾਰਾਜ ਕਹਿੰਦੇ, ਭਾਈ ਹਾਂ ਹੈ। ਤਾਂ ਪੁੱਛਣ ਲੱਗੇ, ਦੱਸੋ ਮਹਾਰਾਜ ਕੀ ਅੰਤਰ ਹੈ? ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਦਿੱਤਾ ਸੀ, ਇੱਥੇ ਮਹੱਲਾ ਨਹੀਂ ਲਿਖਿਆ, ਪਰ ਇਹ ਗੁਰੂ ਨਾਨਕ ਸਾਹਿਬ ਦੀ ਸਿਧਾਂਤ ਨੂੰ ਪ੍ਰਗਟ ਕਰਨ ਵਾਲਾ ਸ਼ਲੋਕ ਹੈ। ਪਹਿਲਾ ਪਹਿਰਾ ਫੁੱਲੜਾ, ਜਦੋਂ ਕੋਈ ਪਹਿਲੇ ਪਹਿਰ ਸੌਣ ਤੋਂ ਪਹਿਲਾਂ ਬਾਣੀ ਪੜ੍ਹਦਾ, ਸਿਮਰਨ ਕਰਦਾ, ਬੰਦਗੀ ਕਰਦਾ ਹੈ, ਫੁੱਲੜਾ ਵੀ ਉਹਨੂੰ ਫੁੱਲ ਪ੍ਰਾਪਤ ਹੁੰਦਾ, ਉਹਨੂੰ ਧਰਮ ਦੇ ਗੁਣ ਫੁੱਲ ਵਾਂਗ ਨੇ ਉਹ ਪ੍ਰਾਪਤ ਹੋ ਜਾਂਦੇ ਨੇ। ਫਲ ਪਈ ਪਛਾ ਰਾਤ, ਜਿਹੜਾ ਪਿਛਲੀ ਰਾਤ ਜਾ ਕੇ ਭਜਨ ਕਰਦਾ ਹੈ ਅਤੇ ਉਹਨੂੰ ਪਾਈ ਫਲ ਪ੍ਰਾਪਤ ਹੁੰਦਾ। ਪਹਿਲੀ ਰਾਤ ਫੁੱਲ ਪ੍ਰਾਪਤ ਹੁੰਦਾ ਹੈ ਅਤੇ ਪਿਛਲੀ ਰਾਤ ਭਜਨ ਕਰਨ ਦਾ ਫਲ ਵੀ ਉਹਨੂੰ ਗਿਆਨ ਦਾ ਫਲ, ਆਤਮਕ ਆਨੰਦ ਦਾ ਫਲ ਅਤੇ ਮੁਕਤੀ ਦਾ ਫਲ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਜੋ ਜਾ ਗਨ ਲਹਨ ਸੇ, ਸਾਈਂ ਕੰਨੋ ਦਾਤ। ਲੋ ਜਿਹੜੇ ਭਾਈ ਸੁਬਾਹ ਸ਼ਾਮ ਜਾਗਦੇ ਨੇ, ਪਿਛਲੀ ਰਾਤ ਵੀ ਅਤੇ ਪਹਿਲੀ ਰਾਤ ਵੀ ਭਜਨ ਕਰਦੇ ਨੇ, ਜਿਹੜੇ ਜਾਗਦੇ ਨੇ, ਅਤੇ ਉਹੀ ਸਾਈਂ ਕੰਨੋਂ ਦਾਤ, ਉਹ ਸਾਈਂ ਦੀ ਤਰਫੋਂ ਦਾਤਾਂ ਨੂੰ ਪ੍ਰਾਪਤ ਕਰ ਸਕਦੇ ਨੇ। ਇਹਦਾ ਮਤਲਬ ਇਹ ਹੈ, ਪਹਿਲੀ ਰਾਤ ਭਜਨ ਇਸ ਲਈ ਕਰਨਾ ਹੈ ਵੀ ਅੰਮ੍ਰਿਤ ਵੇਲੇ ਸਾਡਾ ਧਿਆਨ ਸਿਮਰਨ ਵੱਲ ਸੌਖਾ ਲੱਗ ਜਾਵੇ। ਜਿਹੜੇ ਨਾਮ ਅਭਿਆਸੀ ਗੁਰਮੁਖ ਪਿਆਰੇ ਨੇ, ਉਹਨਾਂ ਦਾ ਤਜਰਬਾ ਹੁੰਦਾ। ਉਹਨਾਂ ਨੇ ਇਹ ਗੱਲ ਆਖੀ ਆ ਵੀ ਜਦੋਂ ਸੌਣ ਦੇ ਸਮੇਂ ਜਿਸ ਪਾਸੇ ਸਾਡਾ ਧਿਆਨ ਹੋਵੇਗਾ ਅਤੇ ਉੱਠਣ ਦੇ ਸਮੇਂ ਵੀ ਉਸੇ ਪਾਸੇ ਸਾਡਾ ਧਿਆਨ ਜੁੜਿਆ ਹੋਵੇਗਾ। ਜੇ ਸੌਣ ਦੇ ਸਮੇਂ ਅਸੀਂ ਰੱਬ ਨੂੰ ਯਾਦ ਕਰਕੇ ਸੌਵਾਂਗੇ ਅਤੇ ਉੱਠਦਿਆਂ ਵੀ ਰੱਬ ਯਾਦ ਆਵੇਗਾ। ਜੇ ਰਾਤ ਨੂੰ ਬਾਣੀ ਪੜ੍ਹ ਕੇ ਸੌਵਾਂਗੇ, ਅੰਮ੍ਰਿਤ ਵੇਲੇ ਵੀ ਬਾਣੀ ਪੜ੍ਹਨ ਨੂੰ ਜੀ ਕਰੇਗਾ। ਜੇ ਆਪਾਂ ਰਾਤ ਦੇ ਸਮੇਂ ਗੰਦੇ ਗੀਤ ਸੁਣਾਂਗੇ ਅਤੇ ਫਿਰ ਉਹ ਸਾਨੂੰ ਸਵੇਰੇ ਵੀ ਆੜ ਸਟਾ ਲਵੇਗੀ। ਫਿਰ ਸਾਨੂੰ ਗੁਰਬਾਣੀ ਨਹੀਂ ਚੇਤੇ ਆਵੇਗੀ ਅਤੇ ਉਹੀ ਗੱਲਾਂ ਚੇਤੇ ਆਉਣਗੀਆਂ, ਉਹ ਗੀਤ ਚੇਤੇ ਆਉਣਗੇ, ਉਹ ਗੱਲਾਂ ਚੇਤੇ ਆਉਣਗੀਆਂ, ਔਰ ਉਹ ਜਿਹੜੇ ਗਾਉਣ ਵਾਲੇ ਲੋਕ ਨੇ ਉਹ ਸਾਨੂੰ ਚੇਤੇ ਆਉਣਗੇ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਇਹ ਪਹਿਲੇ ਪਹਿਰ ਭਗਤੀ ਕਰਨ ਦਾ ਫਲ, ਧਰਮ ਦੇ ਗੁਣ ਪ੍ਰਾਪਤ ਹੁੰਦੇ ਨੇ, ਫੁੱਲ ਵਾਂਗ ਨੇ, ਅਤੇ ਪਿਛਲੀ ਰਾਤ ਭਗਤੀ ਕਰਨ ਦਾ ਫਲ ਹੈ
ਤੁਹਾਨੂੰ ਆਤਮਕ ਆਨੰਦ, ਬ੍ਰਹਮ ਗਿਆਨ, ਕੇਵਲ ਮੁਕਤੀ ਦਾ ਫਲ ਵੀ ਪ੍ਰਾਪਤ ਹੁੰਦਾ ਹੈ। ਪਰ ਇਹ ਦਾਤਾਂ ਸਾਈਂ ਵੱਲੋਂ ਉਹ ਪ੍ਰਾਪਤ ਕਰਦੇ ਨੇ। ਤੇ ਜਿਹੜੇ ਭਾਈ ਜਾਗਦੇ ਹਨ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹਨ। ਦਾਤੀ ਸਾਹਿਬ ਸੰਧੀਆ, ਕਿਆ ਚੱਲੈ ਤਿਸ ਨਾਲ। ਇਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੇ ਨਾਲ ਮੇਲ ਖਾਂਦਾ ਸ਼ਲੋਕ ਹੈ। ਹੁਣ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਾਕ ਪਟਨ ਵਿੱਚ ਗਏ, ਉੱਥੇ ਬਹੁਤ ਸਾਰੇ ਫਕੀਰ ਪਹਿਲੀ ਰਾਤ ਭਗਤੀ ਕਰਦੇ ਸਨ। ਤੇ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਸੀ, ਤੇ ਉਹਨਾਂ ਨੇ ਆਪਣਾ ਸੋਹਲੇ ਦਾ ਪਾਠ ਕੀਤਾ। ਪਹਿਲਾਂ ਸੰਧਿਆ ਵੇਲੇ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ, ਤੇ ਫਿਰ ਬਰਾਜ ਗਏ, ਸਿਮਰਨ ਕਰਦਿਆਂ ਬਰਾਜ ਗਏ। ਹੁਣ ਰਾਤ ਦੇ ਸਮੇਂ ਕੋਈ ਪ੍ਰੇਮੀ ਆਇਆ, ਕੋਈ ਪਰਿਵਾਰ ਆਇਆ, ਉਹ ਦੁੱਧ ਦਾ ਗੜਵਾ ਭਰ ਕੇ ਲਿਆਇਆ। ਜਿੰਨੇ ਸਾਧੂ ਭਜਨ ਕਰਦੇ ਸਨ ਤੇ ਉਹਨਾਂ ਨੂੰ ਉਸਨੇ ਦੁੱਧ ਛਕਾਇਆ, ਤੇ ਨਾਲ ਇੱਕ ਇੱਕ ਮੋਹਰ ਵੀ ਦਿੱਤੀ, ਸੋਨੇ ਦੀ ਮੋਹਰ। ਕੋਈ ਧਨੀ ਆਦਮੀ, ਸ਼ਾਹੂਕਾਰ ਹੋਵੇਗਾ, ਸੰਤ ਸੇਵੀ ਆਦਮੀ ਆਇਆ। ਤੇ ਹੁਣ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਰਾਜੇ ਹੋਏ ਸਨ, ਉਹਨੇ ਸੋਚਿਆ ਵੀ ਇਹ ਵੀ ਫਕੀਰ ਨੇ, ਇਹ ਵੀ ਰੱਬ ਦੇ ਬੰਦੇ ਨੇ, ਤੇ ਇਹਨਾਂ ਦੀ ਵੀ ਮੈਨੂੰ ਸੇਵਾ ਕਰਨੀ ਚਾਹੀਦੀ ਹੈ। ਤੇ ਗੁਰੂ ਮਹਾਰਾਜ ਤਾਂ ਬਰਾਜੇ ਹੋਏ ਸਨ। ਜਿਹੜਾ ਗੁਰੂ ਮਹਾਰਾਜ ਦੇ ਕੋਲ ਵੀ ਕੋਈ ਗੜਵਾ ਸੀ, ਕੋਈ ਬਰਤਨ ਸੀ, ਉਹ ਸਾਰਾ ਹੀ ਦੁੱਧ ਬਚਿਆ ਹੋਇਆ ਉਹਦੇ ਵਿੱਚ ਉਸਨੇ ਪਾ ਦਿੱਤਾ। ਤੇ ਜਿੰਨੀਆਂ ਮੋਹਰਾਂ ਬਚੀਆਂ ਸੀ, ਉਹ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਕਰਕੇ ਚਲਿਆ ਗਿਆ। ਤੇ ਜਦੋਂ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਉੱਠੇ ਤੇ ਇਸ਼ਨਾਨ ਕੀਤਾ, ਦੁੱਧ ਪਿਆ ਸੀ, ਉਹ ਛਕਿਆ, ਸੋਨੇ ਦੀਆਂ ਮੋਹਰਾਂ ਵੇਖੀਆਂ। ਤੇ ਜਿਹੜੇ ਦੂਜੇ ਫਕੀਰ ਸੀ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਤੇ ਉਹਨਾਂ ਨੇ ਫਿਰ ਇਹ ਗੱਲ ਆਖੀ, ਦੇਖੋ ਅਸੀਂ ਪਹਿਲੀ ਰਾਤ ਜਾਗਦੇ ਸੀ ਤੇ ਸਾਨੂੰ ਖੁਦਾ ਵੱਲੋਂ ਇਹ ਦਾਤਾਂ ਪ੍ਰਾਪਤ ਹੋਈਆਂ ਨੇ, ਛਕਣ ਵਾਸਤੇ ਦੁੱਧ ਮਿਲਿਆ, ਤੇ ਨਾਲ ਸੋਨੇ ਦੀਆਂ ਮੋਹਰਾਂ ਵੀ ਸਾਨੂੰ ਪ੍ਰਾਪਤ ਹੋਈਆਂ ਨੇ। ਤੁਸੀਂ ਸੁੱਤੇ ਰਹੇ ਤੇ ਤੁਸੀਂ ਰੱਬ ਦੀਆਂ ਦਾਤਾਂ ਤੋਂ ਵਾਂਝੇ ਰਹਿ ਗਏ ਹੋਵੋਗੇ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਨਹੀਂ, ਜਿਹੜਾ ਸੰਗਤ ਵਿੱਚ ਆ ਜਾਂਦਾ ਨਾ, ਦਾਤੀ ਸਾਹਿਬ ਸੰਧੀਆਂ, ਸਾਹਿਬ ਦੀਆਂ ਜਿਹੜੀਆਂ ਦਾਤਾਂ ਨੇ, ਉਹ ਜਿਹਨੂੰ ਮਰਜ਼ੀ ਦੇ ਸਕਦਾ ਹੈ। ਕਿਆ ਚੱਲੈ ਤਿਸ ਨਾਲ, ਉਹਦੇ ਨਾਲ ਕਿਸੇ ਦਾ ਜ਼ੋਰ ਨਹੀਂ ਚੱਲਦਾ। ਉਸ ਵਾਹਿਗੁਰੂ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਜਿਸ ਨਾਲ ਜ਼ੋਰ ਨਾ ਚੱਲੀ, ਖਲੇ ਕੀਚੈ ਅਰਦਾਸ। ਤੇ ਉਹ ਵਾਹਿਗੁਰੂ ਜਿਸ ਨੂੰ ਚਾਹੇ ਉਹ ਦਾਤਾਂ ਦੇ ਸਕਦਾ ਹੈ। ਇੱਕ ਜਾ ਗੰਦੇ ਨਾ ਲਹਿਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਇਹੋ ਜਿਹੇ ਵੀ ਬੰਦੇ ਨੇ ਜਿਹੜੇ ਜਾਗਦੇ ਹੋਏ ਵੀ ਕੋਈ ਦਾਤ ਪ੍ਰਾਪਤ ਨਹੀਂ ਕਰ ਸਕਦੇ। ਤੇ ਇੱਕ ਇਹੋ ਜਿਹੇ ਵੀ ਮਨੁੱਖ ਨੇ ਜਿਹੜੇ ਸੰਗਤ ਵਿੱਚ ਆ ਜਾਂਦੇ ਨੇ। ਕਈ ਵਾਰੀ ਉਹਨਾਂ ਨੂੰ ਨੀਂਦ ਵੀ ਆ ਜਾਂਦੀ ਹੈ, ਪਰ ਜਿਹੜਾ ਸੰਗਤ ਵਿੱਚ ਆਇਆ ਹੁੰਦਾ ਹੈ, ਤੇ ਜਿਹੜੇ ਸੇਵਾਦਾਰ ਨੇ, ਉਹਨਾਂ ਨੂੰ ਸੁੱਤਿਆਂ ਨੂੰ ਉੱਠ ਕੇ, ਸੁੱਤਿਆਂ ਨੂੰ ਜਗਾ ਕੇ, ਸੁੱਤਿਆਂ ਨੂੰ ਉਠਾਲ ਕੇ ਕਹਿੰਦੇ, ਭਾਈ ਤੁਸੀਂ ਲੰਗਰ ਛਕੋ, ਦੇਗ ਲਵੋ, ਦੁੱਧ ਪੀਓ। ਉਹਨਾਂ ਨੂੰ ਸੁੱਤਿਆਂ ਨੂੰ ਉਠਾ ਕੇ ਵੀ ਉਹ ਦਾਤਾਂ ਦੇ ਦਿੰਦੇ ਨੇ। ਇਹ ਗੁਰੂ ਘਰ ਦਾ ਅਸੂਲ ਹੈ। ਜਦੋਂ ਦੇਗ ਵਰਤਦੀ ਹੈ, ਚਾਹੇ ਕੋਈ ਸੁੱਤਾ ਹੀ ਹੋਵੇ, ਉਹਨੂੰ ਉਠਾ ਕੇ ਕਹਿੰਦੇ, ਲਓ ਜੀ ਤੁਸੀਂ ਵੀ ਪ੍ਰਸ਼ਾਦ ਲਵੋ, ਲੰਗਰ ਛਕੋ। ਲਓ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜ਼ਰੂਰੀ ਨਹੀਂ ਵੀ ਜਿਹੜੇ ਪਹਿਲੀ ਰਾਤ ਜਾਗਦੇ ਨੇ ਉਹਨਾਂ ਨੂੰ ਦਾਤਾਂ ਮਿਲਦੀਆਂ ਨੇ। ਰੱਬ ਦੇ ਘਰ ਦਾ ਕੋਈ ਪਤਾ ਨਹੀਂ, ਉਹ ਸੁੱਤਿਆਂ ਨੂੰ ਵੀ ਉਠਾ ਕੇ ਦੇ ਸਕਦਾ ਹੈ। ਭਾਵ ਜਿਹੜੇ ਕਈ ਬੰਦੇ ਜਾਗਦੇ ਨੇ, ਆਪਣੇ ਆਪ ਨੂੰ ਵਿਦਵਾਨ ਸਮਝਦੇ ਨੇ, ਪ੍ਰਚਾਰਕ ਸਮਝਦੇ ਨੇ, ਤੇ ਪਰ ਉਹ ਰੱਬ ਦੇ ਕੋਲੋਂ ਦਾਤਾਂ ਤੋਂ ਵਾਂਝੇ ਰਹਿ ਜਾਂਦੇ ਨੇ। ਇੱਕ ਜਾਗੰਦੇ ਨਾਲ ਹਨ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਗਿਆਨਵਾਨ ਸਮਝਦੇ ਨੇ, ਉਹ ਰੱਬ ਦੀਆਂ ਦਾਤਾਂ ਤੋਂ, ਨਾਮ ਸਿਮਰਨ ਭਗਤੀ ਦੀਆਂ ਦਾਤਾਂ ਤੋਂ ਖਾਲੀ ਰਹਿ ਜਾਂਦੇ ਨੇ। ਤੇ ਇੱਕ ਜਿਹੜੇ ਅਨਪੜ੍ਹ ਤੇ ਗੁਰੂ ਦੇ ਸ਼ਰਧਾ ਪਿਆਰ ਵਾਲੇ ਗੁਰਸਿੱਖ ਹੁੰਦੇ ਨੇ, ਜਿਨ੍ਹਾਂ ਕੋਲ ਨਾ ਵਿੱਦਿਆ ਨਾ ਗਿਆਨ ਹੁੰਦਾ ਹੈ, ਸਿਰਫ ਸੁਣ ਹੀ ਸਕਦੇ ਨੇ, ਤੇ ਉਹ ਸੰਗਤ ਵਿੱਚ ਆਉਂਦੇ ਨੇ ਪ੍ਰੇਮ ਨਾਲ ਸੁਣਨ ਵਾਸਤੇ। ਤੇ ਉਹਨਾਂ ਨੂੰ ਮੋਹ ਮਾਇਆ ਦੀ ਨੀਂਦ ਤੋਂ ਜਗਾ ਕੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਮ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰ ਦਿੰਦੇ ਹਨ। ਟੁੰਡੇਂਦੀਏ ਸੁਹਾਗ ਕੂ,
ਤੋ ਤਨ ਕਾਈ ਕੋਰ। ਲੋ ਹੁਣ ਬਾਬਾ ਫਰੀਦ ਜੀ ਅੱਗੇ ਕਹਿੰਦੇ ਨੇ ਵੀ ਜਿਹੜੇ ਕਈ ਲੋਕ ਰੱਬ ਦੀ ਤਲਾਸ਼ ਕਰਦੇ ਨੇ ਪਰ ਉਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ, ਤੇ ਫਿਰ ਉਹ ਕਈ ਵਾਰੀ ਰੱਬ ਤੇ ਗਿਲੇ ਸ਼ਿਕਵੇ ਵੀ ਕਰਨ ਲੱਗ ਜਾਂਦੇ ਨੇ। ਬਾਬਾ ਫਰੀਦ ਜੀ ਉਹਨਾਂ ਨੂੰ ਸਮਝਾਉਂਦੇ ਨੇ ਵੀ ਜਿਹੜੀਆਂ ਅਸਲੀ ਸੁਹਾਗਵੰਤੀਆਂ ਗੁਰਮੁਖ ਰੂਹਾਂ ਹੁੰਦੀਆਂ ਨੇ, ਟੁਟਿੰਦੀਏ ਸੁਹਾਗ ਕੋ, ਵੀ ਤੁਸੀਂ ਆਪਣੇ ਸੁਹਾਗ ਪਤੀ ਪਰਮੇਸ਼ਰ ਦੇ ਦੀਦਾਰ ਕਰਨੀਆਂ ਚਾਹੁੰਦੀਆਂ ਹੋ, ਤੋ ਤਨ ਕਾਈ ਕੋਰ, ਤੇ ਤੁਹਾਡੇ ਤਨ ਵਿੱਚ ਕੋਈ ਨਾ ਕੋਈ ਕੋਰ ਦਾ ਅਰਥ ਹੈ, ਕੋਈ ਖਾਮੀ ਹੈ, ਕੋਈ ਕਮੀ ਹੈ, ਤੁਹਾਡੇ ਵਿੱਚ ਕੋਈ ਨਾ ਕੋਈ ਨੁਕਸ ਹੈ। ਜਿਨਾ ਨਾਉ ਸੁਹਾਗਣੀ ਤਿਨਾ ਝਾਕ ਨਾ ਹੋਰ। ਕਿਉਂਕਿ ਜਿਨ੍ਹਾਂ ਦਾ ਨਾਮ ਸੁਹਾਗਵੰਤੀਆਂ ਹੁੰਦਾ ਹੈ ਤੇ ਉਹਨਾਂ ਨੂੰ ਕੋਈ ਹੋਰ ਝਾਕ ਨਹੀਂ ਹੁੰਦੀ, ਕੋਈ ਹੋਰ ਉਹਨਾਂ ਦੀ ਓਟ ਨਹੀਂ ਹੁੰਦੀ, ਕੋਈ ਹੋਰ ਪਾਸੇ ਆਸ ਉਮੀਦ ਨਹੀਂ ਉਹ ਰੱਖਦੇ। ਜਿਨ੍ਹਾਂ ਦਾ ਰੱਬ ਤੇ ਭਰੋਸਾ ਹੁੰਦਾ ਹੈ ਨਾ, ਪੂਰਨ ਭਰੋਸਾ, ਉਹ ਸੁਹਾਗਵੰਤੀਆਂ ਵਰਗੇ ਗੁਰਮੁਖ ਜਨ ਹੁੰਦੇ ਨੇ। ਉਹ ਗੁਰਮੁਖ ਰੂਹਾਂ ਸੁਹਾਗਵੰਤੀਆਂ ਨੇ ਤੇ ਉਹਨਾਂ ਨੂੰ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਪਾਸੇ ਝਾਕ ਹੁੰਦੀ ਹੀ ਨਹੀਂ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂ ਆਂਖ ਤੇਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਾਤ ਏਕ ਨਾ ਮਾਨਿਓ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜਿਆਸ ਗੋਬਿੰਦ ਦਾਸ ਤੁਹਾਰ। ਇੱਕ ਸਿੱਖੀ ਦਾ ਸਿਧਾਂਤ ਹੈ, ਤਰ ਜੀਰੇ ਇੱਕ ਟੇਕ ਤੂੰ, ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੈ ਰਾਸ। ਜੇ ਸਾਨੂੰ ਪ੍ਰਾਪਤੀ ਨਹੀਂ ਨਾ ਹੋਈ ਤੇ ਭਗਤ ਕਬੀਰ ਜੀ ਸੁਹਾਗਣ ਦੇ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਨੇ, ਐ ਜਗਿਆਸੂ, ਐ ਰੱਬ ਦੇ ਬੰਦੇ, ਤੂੰ ਰੱਬ ਨੂੰ ਭਾਲਦਾ ਫਿਰਦਾ, ਟੁੱਟਿੰਦੀ ਏ ਸੁਹਾਗ ਕੋ। ਤੇਰੇ ਆਪਣੇ ਸਰੀਰ ਵਿੱਚ ਕੋਈ ਕੋਰ ਹੈ, ਕੋਈ ਕਮੀ ਹੈ, ਕੋਈ ਕਾਣੋ ਹੈ, ਕੋਈ ਨੁਕਸ ਹੈ। ਤੂੰ ਆਪਣੇ ਅੰਦਰੋਂ ਉਸ ਨੁਕਸ ਨੂੰ ਦੂਰ ਕਰ। ਕਿਧਰੇ ਇਹ ਨਾ ਹੋਵੇ ਤੇਰਾ ਹੋਰ ਕਿਸੇ ਪਾਸੇ ਮੋਹ ਪਿਆਰ ਲੱਗਿਆ ਹੋਵੇ। ਇਸ ਗੱਲ ਨੂੰ ਯਾਦ ਰੱਖ, ਜਿਨ੍ਹਾਂ ਦਾ ਨਾਮ ਸੁਹਾਗਣੀ ਹੈ, ਭਾਵ ਜਿਹੜੇ ਅਸਲੀ ਰੱਬ ਦੇ ਭਗਤ ਨੇ, ਰੱਬ ਦੇ ਬੰਦੇ ਨੇ, ਉਹਨਾਂ ਨੂੰ ਕਿਸੇ ਹੋਰ ਪਾਸੇ ਝਾਕ ਨਹੀਂ ਹੁੰਦੀ। ਉਹਨਾਂ ਨੂੰ ਪਤਾ ਹੈ ਮਾਨੋ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਉਹ ਕੇਵਲ ਵਾਹਿਗੁਰੂ ਤੇ ਭਰੋਸਾ ਰੱਖਦੇ ਨੇ, ਉਹਦੇ ਨਾਲ ਹੀ ਪਿਆਰ ਕਰਦੇ ਨੇ, ਤੇ ਫਿਰ ਉਹਨਾਂ ਨੂੰ ਉਹ ਆ ਕੇ ਬੋੜਦਾ ਵੀ ਹੈ, ਆ ਕੇ ਮਿਲਦਾ ਵੀ ਹੈ। ਇਹ ਹੈ ਬਾਬਾ ਫਰੀਦ ਜੀ ਦੀ ਪਵਿੱਤਰ ਬਾਣੀ ਦੀ ਕਥਾ ਵਿਚਾਰ, ਜੋ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਆਪਾਂ ਇਸ ਕਥਾ ਦੇ ਭਾਵ ਨੂੰ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਟੂੰਡੇਂਦੀਏ ਸੁਹਾਗ ਕੂ ਤੋ ਤਨ ਕਾਈ ਕੋਰ, ਜਿਨਾ ਨਾਉ ਸੁਹਾਗਣੀ ਤਿਨਾ ਝਾਕ ਨਾ ਹੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।